ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤਿ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਦੋਹਰਾ ਐਸੋ ਕਛੂ ਸਵਾਂਗ ਵਰਤਾਇਓ ਪਰਖਿਓ ਸਿਦਕ ਜਿਨੋ ਠਹਿਰਾਇਓ ਇਕ ਗੁਰ ਦਰਸ਼ਨ ਕੀਰ ਆਧਾਰ ਕਟ ਕਸ ਸਿੰਘ ਰਹੇ ਹੁਸ਼ਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਪਹਾੜੀਆਂ ਨੇ ਤੁਰਕਾਂ ਨੇ ਰਲ ਕੇ ਅਨੰਦਪੁਰ ਸਾਹਿਬ ਨੂੰ ਐਸਾ ਘੇਰਾ ਪਾਇਆ ਕਿ ਅੰਦਰ ਦਾਣਾ ਪਾਣੀ ਜਾਣਾ ਵੀ ਬੰਦ ਕਰ ਦਿੱਤਾ। ਸਿੰਘ ਭੁੱਖ ਦੇ ਨਾਲ ਸਰੀਰ ਕਰਕੇ ਕਮਜ਼ੋਰ ਹੋ ਗਏ, ਘੋੜੇ ਹਾਥੀ ਵੀ ਕਮਜ਼ੋਰ ਹੋ ਗਏ। ਤਾਂ ਐਸਾ ਸਮਾਂ ਆ ਗਿਆ ਕਿ ਖਾਲਸੇ ਨੂੰ ਮੁੱਠੀ ਭਰ ਛੋਲਿਆਂ ਦੇ ਉੱਤੇ ਵੀ ਸਮਾਂ ਲੰਘਾਉਣਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੰਘਾਂ ਨੇ ਬੇਨਤੀ ਵੀ ਕੀਤੀ, ਮਹਾਰਾਜ ਕੁਛ ਕਰੋ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਕੋਈ ਖਿਆਲ ਨਾ ਕੀਤਾ। ਤੇ ਇੱਕ ਦਿਨ ਉਹਨਾਂ ਦੇ ਕੋਲ ਰਾਮ ਕੋਇਰ ਜੀ ਬਾਬੇ ਬੁੱਢੇ ਦੀ ਵੰਸ਼ ਵਿੱਚੋਂ ਆਏ ਤੇ ਫਿਰ ਉਹਨਾਂ ਨੂੰ ਭੇਜਿਆ। ਉਹ ਜਾ ਕੇ ਕੀ ਬੇਨਤੀ ਕਰਦੇ ਆ, ਸਤਿਗੁਰੂ ਕੀ ਕਹਿੰਦੇ ਆ, ਵਿਚਾਰਾਂ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਐਸੋ ਕਛੂ ਸਵਾਂਗ ਵਰਤਾਇਓ ਪਰਖਿਓ ਸਿਦਕ ਜਿਨੋ ਠਹਿਰਾਇਓ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸਾ ਸਵਾਂਗ ਵਰਤਾਇਆ, ਭਾਵ ਕੌਤਕ ਕੀਤਾ, ਸਿੰਘਾਂ ਦੀ ਪ੍ਰੀਖਿਆ ਲਈ ਹੈ। ਇਕ ਗੁਰ ਦਰਸ਼ਨ ਕੀਰਾ ਦਰ ਕਟ ਕਸ ਸਿੰਘ ਰਹੇ ਹੁਸ਼ਿਆਰ। ਕੈਸਾ ਸੰਗ ਵਰਤਾਇਆ ਬਈ ਅੰਦਰ ਦਾਣਾ ਪਾਣੀ ਖਤਮ ਹੋ ਗਿਆ ਤੇ ਬਹੁਤ ਸਾਰੇ ਸਿੰਘ ਜਿਹੜੇ ਸਨ ਉਸ ਵੇਲੇ ਫਿਰ ਗੁਰੂ ਪਿਆਰਿਓ ਕੇਵਲ ਗੁਰੂਆਂ ਦੇ ਦਰਸ਼ਨਾਂ ਦੇ ਆਸਰੇ ਤੇ ਹੀ ਜਿਉਣ ਲੱਗੇ ਔਰ ਕਮਰ ਕਸਾ ਪੇਟ ਤੇ ਕਰਕੇ ਰੱਖਦੇ ਹਨ। ਕਬ ਕਬ ਪਾਉ ਅੰਨ ਕੋ ਖਾਵੇ ਪਟ ਬਾਣੀ ਸਤਨਾਮ ਧਿਆਵੇ। ਕਦੇ ਉਹਨਾਂ ਨੂੰ ਪਾਈਆ ਛੋਲੇ ਪਾਈਆ ਅਨਾਜ ਕਿਸੇ ਤਰ੍ਹਾਂ ਖਾਣ ਲਈ ਮਿਲ ਜਾਂਦਾ, ਨਹੀਂ ਤਾਂ ਫਿਰ ਬਾਣੀ ਪੜ੍ਹ ਕੇ ਹੀ ਸਮਾਂ ਲੰਘਾਉਂਦੇ ਹਨ। ਇੱਕ ਰਜਤ ਪਨ ਸੀਰ ਵਿਕੰਤਾ ਸੋਭੀ ਕੋਜਤ ਕਉ ਲਵੰਤਾ। ਭਾਵੇਂ ਕਿ ਉਸ ਸਮੇਂ ਦੇ ਵਿੱਚ ਕਣਕ ਦਾ ਰੇਟ 40 ਰੁਪਏ ਮਣ ਸੀ,
1 ਰੁਪਏ ਦਾ ਸੇਰ ਅਨਾਜ ਮਿਲਦਾ ਸੀ, ਪਰ ਉਹ ਵੀ ਅੱਜ ਮਿਲਿਆ ਨਾ ਕਿਤੋਂ। डाको के है खरी तबेले, खाए मलीदा सदा महेले। ਮਲੀਦਾ ਹੁੰਦੇ ਆ ਦਾਣਾ ਪਾਣੀ ਆਦਿ। ਲੱਖਾਂ ਦੀ ਗਿਣਤੀ ਦੇ ਘੋੜੇ ਜਿਹੜੇ ਸਨ, ਲੱਖਾਂ ਲੱਖਾਂ ਰੁਪਈਆਂ ਦੇ, ਜਿਨ੍ਹਾਂ ਨੂੰ ਚੰਗਾ ਦਾਣਾ ਪਾਣੀ ਮਿਲਦਾ ਸੀ, ਹੁਣ ਉਹ ਵੀ ਖੜੇ ਕਮਜ਼ੋਰ ਹੋ ਗਏ ਜੇ। इनको देत नहीं बौखाने, दुर्बल होए मांस सुखाने। ਹੁਣ ਉਹਨਾਂ ਨੂੰ ਵੀ ਚੰਗਾ ਭੋਜਨ ਨਹੀਂ ਮਿਲਦਾਗਾ, ਉਹਨਾਂ ਦਾ ਵੀ ਮਾਸ ਸੁੱਕ ਗਿਆ, ਹੱਡੀਆਂ ਦਿਸਦੀਆਂ ਹਨ, ਕਮਜ਼ੋਰ ਹੋ ਗਏ ਜੇ। ये महाती जिन कीमत ना है, लाखों खर्च तो ना पाहे। ਇਸੇ ਤਰ੍ਹਾਂ ਹਾਥੀ ਜਿਨ੍ਹਾਂ ਦੀ ਲੱਖਾਂ ਦੀ ਕੀਮਤ ਸੀ, ਲੱਖਾਂ ਰੁਪਈਆਂ ਵਿੱਚ ਵੀ ਜਿਹੜੇ ਨਾ ਮਿਲਣ ਵਾਲੇ ਹਾਥੀ, ਚਿੱਟੇ ਹਾਥੀ ਵਰਗੇ, ਪਾਤਸ਼ਾਹ ਜੀ ਕਹਿੰਦੇ ऋणदाने बिन सूकत खरे, तिनके दास छुदा दुख भरे। ਉਹ ਵੀ ਘਾਹ ਦਾਣੇ ਤੋਂ ਬਗੈਰ ਖੜੇ ਖੜੇ ਕਮਜ਼ੋਰ ਹੋ ਗਏ ਜੇ। अत सुखम जिन भय शरीर, तय कहाँ लग भूखे तीर। ਉਹਨਾਂ ਦੇ ਵੀ ਉਹਨਾਂ ਦੇ ਵੀ ਸਰੀਰ ਜਿਹੜੇ ਹਨ ਸੂਖਮ ਮਤਲਬ ਕਮਜ਼ੋਰ ਹੋ ਗਏ, ਪਤਲੇ ਹੋ ਗਏ ਹਨ। सागरे सिंगन की गत तैसे, छुदा कष्ट सब को एक जैसे। ਤੇ ਜਿਹੜੇ ਸਿੰਘ ਹਨ ਕਹਿਰੇ ਸਰੀਰ ਦੇ, ਉਹ ਵੀ ਇਸੇ ਤਰ੍ਹਾਂ ਹੀ ਭੁੱਖ ਦੇ ਕਾਰਨ ਕਮਜ਼ੋਰ ਹੋਣ ਲੱਗੇ ਜੇ। तक दिन में चोदत बिताए, एक समय चल करते आए। ਇਸ ਤਰ੍ਹਾਂ ਕਈ ਦਿਨ ਭੁੱਖਿਆਂ ਦੇ ਲੰਘੇ। ਇੱਕ ਦਿਨ ਸਿੰਘਾਂ ਨੇ ਆ ਕੇ ਗੁਰੂ ਸਾਹਿਬ ਕੋਲ ਬੇਨਤੀ ਕਰੀ ਜੇ। आस तुरंग मतंग तबेला, जिन पर बीत्यो काल दुहिला। ਮਹਾਰਾਜ ਜੀ ਆਪਣਾ ਤਵੇਲਾ ਭਾਵ ਜਿੱਥੇ ਬਹੁਤ ਸਾਰੇ ਘੋੜੇ ਤੇ ਹਾਥੀ ਬੰਨੇ ਹਨ, जब है में गए गुसाई, हीर हीर हिरत है नाई। ਬਹੁਤ ਕਮਜ਼ੋਰ ਹੋ ਗਏ ਹਨ ਮਹਾਰਾਜ। ਇਹ ਤਾਂ ਹੁਣ ਜੰਗ ਦੇ ਵੀ ਜਾਣ ਜੋਗੇ ਵੀ ਨਹੀਂ ਰਹੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਤਵੇਲੇ ਵਿੱਚ ਜਦ ਉਹਨਾਂ ਨੂੰ ਦੇਖਣਾ ਕੀਤਾ, ਤੇ ਪਾਤਸ਼ਾਹ ਨੂੰ ਦੇਖ ਕੇ ਉਹ ਘੋੜੇ ਹਿਣਕਦੇ ਹਨ, ਹਾਥੀ ਵੀ ਗੁਰੂ ਪਿਆਰੇ ਫੁੰਕਾਰਦੇ ਹਨ ਸਤਿਗੁਰਾਂ ਨੂੰ ਦੇਖ ਕਰਕੇ, ਕਿਉਂਕਿ ਸਾਰੇ ਹਾਥੀ ਗੁਰੂਆਂ ਨੂੰ ਜਾਣਦੇ ਆ, ਘੋੜੇ ਵੀ ਜਾਣਦੇ ਐ। ਇਸ ਕਰਕੇ ਉਹ ਆਪਣੇ ਮਾਲਕ ਦੇ ਕੋਲੋਂ ਕੁਝ ਖਾਣ ਨੂੰ ਮੰਗਦੇ ਆ। ਪਸ਼ੂ ਵੀ ਜਦੋਂ ਭੁੱਖਾ ਹੁੰਦਾ ਉਹ ਵੀ ਆਪਣੇ ਕੋਲੋਂ ਖਾਣ ਨੂੰ ਮੰਗਦਾ ਹੈ, ਭਾਵੇਂ ਇਸ਼ਾਰਾ ਹੀ ਕਰਦਾ ਹੋ। ਰੱਖਣ ਵਾਲੇ ਮਾਲਕ ਨੂੰ ਸਮਝ ਆ ਜਾਂਦੀ ਹੈ ਵੀ ਹੁਣ ਕੀ ਚਾਹੁੰਦਾ। ਤੋ ਮਾਨੋ ਘੋੜੇ ਵੀ ਪੈਰਾਂ ਨੂੰ ਥੱਲੇ ਮਾਰ ਕੇ ਹਿਣਕਦੇ ਹਨ ਅਤੇ ਹਾਥੀ ਵੀ ਫੁਕਾਰਦੇ ਹਨ। ਧਨ ਪਰ ਕੁਰਹਤ ਸ਼ਬਦ ਉਠਾਵੇ, ਕੱਚ ਫੁਕਾਰਤ ਸੁੰਡ ਪਰਮਾਵੇ। ਔਰ ਸਤਿਗੁਰਾਂ ਨੂੰ ਦੇਖ ਕੇ ਹਾਥੀ ਫੁਕਾਰਦੇ ਹੋਏ ਆਪਣੀਆਂ ਸੁੰਡਾਂ ਨੂੰ ਘੁਮਾਉਂਦੇ ਆ, ਤੇ ਘੋੜੇ ਵੀ ਥੱਲੇ ਪੈਰ ਮਾਰ ਕੇ ਹਿਣਕਦੇ ਹਨ। इनके सेवक दोय कर जोरा, बिने करी ले छुद दुख घोर। ਔਰ ਜਿਹੜੇ ਇਹਨਾਂ ਨੂੰ ਸੰਭਾਲਣ ਵਾਲੇ ਆ ਉਹਨਾਂ ਨੂੰ ਵੀ ਬੜਾ ਦੁੱਖ ਹੋ ਰਿਹਾ। ਬੇਨਤੀ ਕਰਦੇ ਆ ਮਹਾਰਾਜ ਇਹਨਾਂ ਪਸ਼ੂਆਂ ਨੂੰ ਬੜਾ ਦੁੱਖ ਹੋ ਰਿਹਾ ਹੁਣ। श्री प्रभु जी अब है हत प्राण, बिना अन्न ते जीवन हान। ਔਰ ਇਹ ਬਿਨਾ ਅਨਾਜ ਤੋਂ ਮਰ ਜਾਣਗੇ ਮਹਾਰਾਜ। भोजन देहो के देहो संतोषा, जिसके हमको होए भरोसा। ਹੁਣ ਜਾਂ ਇਹਨਾਂ ਨੂੰ ਖੁਰਾਕ ਦਿਓ ਤੇ ਜਾਂ ਫਿਰ ਇਹਨਾਂ ਨੂੰ ਸੰਤੋਖ ਦਿਓ, ਤਾਂ ਕਿ ਸਾਨੂੰ ਜਿਹੜਾ ਹੈ ਸੁਖ ਆਵੇ। ਕਿਰਪਾਲੋ आप कृपाल करो प्रभु करना, नर पूरी में सब तुम शरणा। ਔਰ ਅਸੀਂ ਸਾਰੇ ਮਨੁੱਖ ਅਤੇ ਘੋੜੇ ਪਸ਼ੂ ਸਾਰੇ ਤੁਹਾਡੀ ਸ਼ਰਨ ਵਿੱਚ ਹਾਂ। आड़ जान की तन बन रहे, बल बल रखत ना रंचक अहे। ਮਹਾਰਾਜ ਹੁਣ ਤਾਂ ਕਿਸੇ ਵਿੱਚ ਬਲ ਨਹੀਂ ਰਿਹਾ, ਚਮੜਾ ਵੀ ਸੁੱਕ ਕੇ ਹੱਡਾਂ ਦੇ ਨਾਲ ਲੱਗ ਰਿਹਾ ਹੈ। सहे कहाँ लग संकटित, चाहिए नित जो खैबे हित। ਔਰ ਇੰਨਾ ਦੁੱਖ ਭਲਾ ਸਰੀਰ ਕਿਵੇਂ ਝੱਲ ਸਕਦੇ ਹਨ। सुन सब ते अनसन ही कीना, बिरती उदास ना उत्तर दीना। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੱਪ ਕਰਕੇ ਮੁੜ ਆਏ। ਉਹਨਾਂ ਦੀ ਗੱਲ ਸੁਣੀ ਅਣਸੁਣੀ ਕਰ ਦਿੱਤੇ ਜੇ। इष्ट बिखी कर सब एक सारे,
ਤਾਰੀ ਗਏ ਬੌਰ ਦੂਸ਼ਣ ਮੁਕਤਾਰੀ। ਔਰ ਸਾਰਿਆਂ ਦੇ ਉੱਪਰ ਨਿਗਾਹ ਮਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਹਰ ਨਿਕਲ ਆਏ। ਸੋਤਾ ਸੁਨੋ ਕਹਿਤ ਬਿਦ ਭਾਈ ਕਿਤ ਮਗ ਮੈਂ ਪਹੁੰਚੋ ਤਹ ਜਾਈ। ਉਸ ਵੇਲੇ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਬਾਬੇ ਬੁੱਢੇ ਕੀ ਵੰਸ਼ ਵਿੱਚੋਂ ਸਰੋਤੇ ਜਣੋ ਕਹਿੰਦੇ ਮੈਂ ਵੀ ਕਿਸੇ ਤਰ੍ਹਾਂ ਦਰਸ਼ਨ ਕਰ ਪਦ ਟੇਕਿਓ ਮਾਤਾ ਖੁਸ਼ੀ ਕਰੀ ਬੋ ਸ਼੍ਰੀ ਗੁਰਨਾਥਾ। ਘੇਰੇ ਦੇ ਵਿੱਚੋਂ ਲੰਘਦਾ ਹੋਇਆ ਕਿਸੇ ਤਰ੍ਹਾਂ ਮੈਂ ਵੀ ਅੰਦਰ ਪਹੁੰਚ ਗਿਆ ਆਨੰਦਪੁਰ ਸਾਹਿਬ ਦੇ ਕਿਲੇ 'ਚ ਔਰ ਜਾ ਗੁਰੂਆਂ ਨੂੰ ਨਮਸਕਾਰ ਕੀਤੇ ਹੈ। ਬਾਹਰ ਜਾਏ ਮੈਂ ਡੇਰਾ ਕਰਿਓ ਸਰਬ ਦੁਰਗ ਸਿੰਘਨ ਸੁਨ ਪਰਿਓ। ਔਰ ਮੈਂ ਉਹਨਾਂ ਦੇ ਕੋਲ ਜਾ ਨਮਸਕਾਰ ਕੀਤੀ। ਪਾਤਸ਼ਾਹ ਨੇ ਪਿਆਰ ਸਤਿਕਾਰ ਦਿੱਤਾ ਤੇ ਉੱਥੋਂ ਉੱਠ ਕੇ ਫਿਰ ਮੈਂ ਬਾਹਰ ਜਿੱਧਰ ਸਿੰਘਾਂ ਦੇ ਤੰਬੂ ਲੱਗੇ ਹਨ ਉਹਨਾਂ ਕੋਲ ਆਇਆ ਜੀ। ਦਿਲ ਕੀ ਸਭ ਆਏ ਮੁਝ ਪਾਸ ਮਾਨ ਸੁਦਾਤਰ ਜੀਨ ਆਸ। ਔਰ ਉਹਨਾਂ ਨੇ ਆ ਕਰਕੇ ਸਾਰੇ ਸਿੰਘਾਂ ਨੇ ਕਹਿੰਦੇ ਮੇਰੇ ਕੋਲ ਆਉਣਾ ਕੀਤਾ ਔਰ ਮੇਰੇ ਕੋਲ ਆ ਕਰਕੇ ਉਹਨਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਰਾਮ ਕੋਇਰ ਜੀ ਬਾਬੇ ਬੁੱਢੇ ਕੀ ਬੰਸ ਤੁਸੀਂ ਗੁਰੂ ਕੋਲ ਜਾ ਕੇ ਸਾਡੇ ਵੱਲੋਂ ਬੇਨਤੀ ਕਰੋ। ਇਹੋ ਸਬਣ ਸਤਿਗੁਰ ਕੇ ਪਾਸ ਚਲ ਕੇ ਆਪ ਕਰੋ ਅਰਦਾਸ। ਕੀ ਅਰਦਾਸ ਕਰੋ? ਸਾਤ ਸੁਖੀ ਰਖ ਰਿਪ ਕੋ ਮਾਰਨਾ ਏਕੀ ਨਸ ਉਪਦੇਸ਼ ਉਚਾਰਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਸੀਂ ਨਾਲ ਹਾਂ, ਦੁਸ਼ਮਣ ਨੂੰ ਮਾਰਨ ਦੇ ਲਈ ਜੰਗਾਂ ਲਈ ਤਿਆਰ ਹਾਂ ਔਰ ਉਹਨਾਂ ਦਾ ਉਪਦੇਸ਼ ਕਮਾਉਂਦੇ ਹਾਂ। ਉਹਨਾਂ ਨੂੰ ਕਿਰਪਾ ਕਰਕੇ ਬੇਨਤੀ ਕਰੋ ਮਹਾਰਾਜ ਸਾਨੂੰ ਵੀ ਸੁੱਖ ਬਖਸ਼ੋ। ਅਸੀਂ ਵੈਰੀਆਂ ਨੂੰ ਮਾਰਾਂਗੇ ਪਰ ਜੇ ਕੁਝ ਖਾਵਾਂਗੇ ਤੇ ਫੇਰ ਹੀ ਮਾਰਾਂਗੇ ਨਾ। ਸਾਡੀ ਭੁੱਖ ਦਾ ਕੋਈ ਇੰਤਜ਼ਾਮ ਕਰੋ ਜੀ। ਸੁਅਬ ਸਮਾ ਆਪ ਪ੍ਰਭ ਕਰੀਏ ਮਰਦ ਸਬਰ ਕੀ ਪ੍ਰਾਨ ਉਬਰੀ। ਉਹਨਾਂ ਨੂੰ ਜਾ ਕੇ ਕਹੋ ਮਹਾਰਾਜ ਇਹ ਸਿੰਘਾਂ ਨੂੰ ਮਰਨ ਤੋਂ ਬਚਾਓ, ਭੁੱਖ ਦੇ ਨਾਲ ਇਹਨਾਂ ਦੀ ਜਾਨ ਨਿਕਲ ਜਾਣੀ ਹੈ। ਇਹੋ ਅਨ ਜਿਸ ਤੇ ਬਚ ਰਹਿ ਨਹੀਂ ਛੁਦਾ ਕੇ ਸੰਕਟ ਸਹੈ। ਔਰ ਇਹਨਾਂ ਨੂੰ ਅਨਾਜ ਬਖਸ਼ੋ, ਭੋਜਨ ਬਖਸ਼ੋ ਮਹਾਰਾਜ। ਕਈ ਮਹੀਨੇ ਹੋ ਗਏ ਘੇਰਾ ਪਏ ਨੂੰ ਤੇ ਹੁਣ ਸਿੰਘ ਭੁੱਖ ਦੇ ਦੁੱਖ ਨੂੰ ਨਹੀਂ ਝੱਲ ਸਕਦੇ। ਸਭ ਕੀ ਗਤ ਜੁਤ ਕਸ਼ਟ ਨਿਹਾਰੀ ਜਤਾ ਕੀ ਸੂਕਤ ਬਿਨ ਬਾਰੀ। ਜਦੋਂ ਇਸ ਤਰ੍ਹਾਂ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ ਹੈ ਔਰ ਇਹਨਾਂ ਸਿੰਘਾਂ ਦੀ ਗਤੀ ਭਾਵ ਹਾਲਤ ਵੇਖੀ ਹੈ। ਇੱਕ ਦਿਨ ਵਿੱਚ ਪਾਏ ਗੁਰ ਪਾਸ ਸਭ ਦਿਸ਼ ਤੇ ਕੀਨਸ ਅਰਦਾਸ। ਇੱਕ ਦਿਨ ਵਿਚਾਲੇ ਪਾ ਕੇ ਤੀਜੇ ਦਿਨ ਜਾ ਕੇ ਕਹਿੰਦੇ ਮੈਂ ਗਿਆ ਗੁਰੂ ਗੋਬਿੰਦ ਸਿੰਘ ਜੀ ਕੋਲ ਔਰ ਸਾਰੇ ਸਿੰਘਾਂ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਕਰੀ ਹੈ। ਹੱਥ ਜੋੜ ਮੈਂ ਕਹੋ ਬਿਰਤਾਂਤ ਸੁਣੀਏ ਪ੍ਰਭ ਮਾਲਕ ਭਗਵੰਤ। ਮੈਂ ਕਿਹਾ ਹੈ ਸ੍ਰਿਸ਼ਟੀ ਦੇ ਮਾਲਕ ਭਗਵੰਤ ਰੂਪ ਸਤਿਗੁਰੂ ਇੱਕ ਬੇਨਤੀ ਆ। ਨਿਜ ਕੁਟੰਬ ਕੀ ਸੁਧ ਨੈ ਲੀਤਾ ਜਿਨ ਕੋ ਆਏ ਪੂਜੋ ਅੰਮ੍ਰਿਤ ਹੀਤਾ। ਆ ਤੁਸੀਂ ਕਹਿੰਦੇ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਹੁਣ ਇਹਨਾਂ ਦੀ ਖਬਰ ਲਓਗੇ ਤਾਂ ਫੇਰ ਹੀ ਸੁਖੀ ਵਸੇਗਾ। ਸਿੰਘਾਂ ਨੂੰ ਕੁਝ ਖਾਣ ਨੂੰ ਕੁਝ ਨਹੀਂ ਮਿਲ ਰਿਹਾ, ਬਾਹਰੋਂ ਦੁਸ਼ਟਾਂ ਨੇ ਅੰਦਰ ਰਾਸ਼ਨ ਆਉਣਾ ਬੰਦ ਕਰ ਦਿੱਤਾ। ਮਹਾਰਾਜ ਕਿਰਪਾ ਕਰਕੇ ਆਪਣੇ ਪਰਿਵਾਰ ਦੀ ਖਬਰ ਲਓ। ਬਿਨ ਭੋਜਨ ਇੱਕ ਦਿਨ ਬਿਤਵਾਈ ਪ੍ਰਾਨੀ ਕੀ ਸੁਧ ਬੁੱਧ ਸਭ ਜਾਏ। ਬੰਦਾ ਤਾਂ 1-2 ਦਿਨ ਭੋਜਨ ਤੋਂ ਬਗੈਰ ਨਹੀਂ ਕੱਟ ਸਕਦਾ। ਜੇ ਭੁੱਖਾ ਰਹਿਣਾ ਪੈ ਜਾਵੇ ਤੇ ਸੁੱਧ ਬੁੱਧ ਚਲੀ ਜਾਂਦੀ ਹੈ, ਭਾਵ ਬੰਦਾ ਕੁਮਲਾ ਜਾਂਦਾ ਹੈ। ਕਿਉ ਮਾਸ ਚੁਦਤੀ ਰਹਤੇ ਨਹੀਂ ਪਾਉ ਪੀ ਇੱਕ ਦਿਨ ਲੈਤੇ। ਹੁਣ ਤਾਂ ਸਿੰਘਾਂ ਨੂੰ ਕਦੇ ਪਾਈਆ ਅਨਾਜ ਮਿਲਦਾ, ਕਦੇ ਉਹ ਵੀ ਨਹੀਂ ਮਿਲਦਾ ਗਾ। 1 ਮਹੀਨਾ ਹੋ ਗਿਆ ਇਸ ਤਰ੍ਹਾਂ ਫਾਕੇ ਕੱਟਦਿਆਂ ਨੂੰ, ਤੇ ਕਿਰਪਾ ਕਰੋ। ਦਸ ਘਟ ਬਹਰੋ ਜੰਗ ਕਰਨ ਤੇ ਬਿਨ ਅਦਾਰਿਆਂ ਤੇ ਬਿਸਮੰਤੇ। ਔਰ ਮਹਾਰਾਜ ਫਿਰ ਵੀ ਸਿੰਘ ਤਕੜੇ ਹੈ ਕਿ ਕਮਰ ਕਸੇ ਕਰਕੇ ਦੁਸ਼ਮਣ ਨਾਲ 2 ਹੱਥ ਕਰ ਲੈਂਦੇ ਐ।
ਪਰ ਹੈਰਾਨ ਆ ਵੀ ਉਹ ਖਾਧੇ ਬਿਨਾ ਕਿਵੇਂ ਰਹਿਣਗੇ। रात सकल में जागरण करे, बैठ मोरचन दिन में गरे। ਰਾਤ ਨੂੰ ਮੋਰਚਿਆਂ ਵਿੱਚ ਬੈਠ ਕੇ ਪਹਿਰਾ ਦਿੰਦੇ ਹਨ, ਤੜਕੇ ਫਿਰ ਦਿਨ ਚੜੇ ਲੜਾਈਆਂ ਕਰਦੇ ਹਨ। मारन बाजी वीर विशाली, सर्व भांत की सेवक जाले। ਤੁਹਾਡਾ ਸਾਰਾ ਹੀ ਪਰਿਵਾਰ ਹਾਥੀ ਘੋੜੇ ਯੋਧੇ ਸੂਰਬੀਰ ਸਿੰਘ ਸਾਰੇ ਹੀ ਸੇਵਕਾਂ ਦੇ ਸਮੂਹ। दर्शन आपको इसी भरोसे, बीते सब दिन धर संतोषी। ਬਸ ਤੁਹਾਡੇ ਦਰਸ਼ਨਾਂ ਦੇ ਭਰੋਸੇ ਤੇ ਹੀ ਸੰਤੋਖ ਨਾਲ ਬੈਠੇ ਐ, ਪਰ ਹਜੇ ਪ੍ਰਾਣ ਨਿਕਲੇ ਨਹੀਂ, ਨਿਕਲਣ ਵਾਲੇ ਐ। ਉਹਨਾਂ ਨੂੰ ਹੁਣ ਤਾਂ ਕਈ ਵਾਰੀ ਜਿਹੜੀ ਲੱਪ ਛੋਲਿਆਂ ਦੀ ਮਿਲਦੀ ਸੀ ਕਦੇ ਕਦੇ ਉਹ ਵੀ ਨਹੀਂ ਮਿਲਦੀ। ਔਰ ਉਹਨਾਂ ਸਿੰਘਾਂ ਨੇ ਕਹਿੰਦੇ ਉਸ ਵੇਲੇ ਜੋ ਕਿਲੇ ਦੇ ਅੰਦਰ ਜਾਂ ਬਾਹਰ ਦਰਖਤ ਸਨ ਉਹਨਾਂ ਦੇ ਪੱਤੇ ਵੀ ਸੂਕ ਕੇ ਖਾ ਗਏ। ਉਹਨਾਂ ਦੀਆਂ ਛਿੱਲਾਂ ਨੂੰ ਕੁੱਟ-ਕੁੱਟ ਕੇ ਉਹਨਾਂ ਨੂੰ ਬਰੀਕ ਪਾਊਡਰ ਵਾਂਗੂ ਕਰਕੇ ਉਹਨਾਂ ਦੀਆਂ ਰੋਟੀਆਂ ਬਣਾ ਕੇ ਖਾ ਗਏ। ਕੋ ਸਤਨਾਮ ਉਬਾਲ ਕੇ ਛਿੱਲੜਾਂ ਨੂੰ ਪੀ ਗਏ। ਮਹਾਰਾਜ ਦੇਖੋ ਕਰੋ ਕਿਰਪਾ। जीवन हेत्या पर न जाना, ध्यान आपको जाय न प्राणा। ਉਹਨਾਂ ਦੇ ਜਿਉਣ ਵਾਸਤੇ ਹੁਣ ਕੋਈ ਵੀ ਆਧਾਰ ਨਹੀਂ ਆ, ਪਰ ਇੱਕ ਜਾਨ ਨਹੀਂ ਨਿਕਲ ਰਹੀ। ਕਿਉਂ ਭਲਾ? ਕਿਉਂਕਿ ਉਹਨਾਂ ਦੇ ਪ੍ਰਾਣ, ਉਹਨਾਂ ਦਾ ਧਿਆਨ, ਉਹਨਾਂ ਦੀ ਜਾਨ ਤੁਹਾਡੇ ਚਰਨਾਂ 'ਚ ਹੈ। ਅਤੇ ਜਿਹੜਾ ਤੁਹਾਡੇ ਚਰਨਾਂ 'ਚ ਹੈ ਉਹਨੂੰ ਮੌਤ ਸਮੇਂ ਤੋਂ ਪਹਿਲਾਂ ਕਿਵੇਂ ਮਾਰ ਸਕਦੀ ਆ? ਕਹੋ ਸਤਨਾਮ। ਇੱਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਸ ਕੇ ਵਿੱਚ ਨਾ ਆਇਓ। ਬਸ ਉਹਨਾਂ ਦੇ ਪ੍ਰਾਣ ਇਸ ਕਰਕੇ ਖੜੇ ਆ ਕਿ ਉਹਨਾਂ ਦਾ ਧਿਆਨ ਤੁਹਾਡੇ ਚਰਨਾਂ 'ਚ ਹੈ। सबद पग्य कहाँ गत जाने, लखो आपी जो कृत ठाने। ਬਾਕੀ ਮਹਾਰਾਜ ਮੈਂ ਕੋਈ ਐਡਾ ਸਿਆਣਾ ਨਹੀਂ ਹੈਗਾ। ਰਾਮ ਕੋਇਰ ਜੀ ਮਗਰੋਂ ਕਹਿੰਦੇ ਅਸੀਂ ਅਲਪੱਗ ਹਾਂ, ਸਾਰੇ ਛੋਟੀ ਮੱਤ ਵਾਲੇ ਹਾਂ। ਤੁਸੀਂ ਸਰਬ ਕਲਾ ਸਮਰੱਥ ਸਭ ਜਾਣਦੇ ਹੋ। अब मरने में देर न कोई, बोल सके न बहबल होई। ਤੇ ਮਹਾਰਾਜ ਹੁਣ ਸਿੰਘਾਂ ਦੇ ਮਰਨ ਵਿੱਚ ਬਹੁਤਾ ਸਮਾਂ ਨਹੀਂ, ਬੜੇ ਬਿਆਕੁਲ ਹਨ। सोहम और तुरकन को घेरा, याति सबको कष्ट बडेरा। ਮਹਾਰਾਜ ਚਾਰ ਛਪੇਰੇ ਬਾਹਰੋਂ ਘੇਰਾ ਤੁਰਕਾਂ ਨੇ ਪਹਾੜੀਆਂ ਨੇ ਪਾ ਛੱਡਿਆ। ਬਾਹਰੋਂ ਕਿਸੇ ਵਪਾਰੀ ਨੂੰ, ਕਿਸੇ ਰਾਸ਼ਨ ਵਾਲੇ ਨੂੰ ਅੰਦਰ ਨਹੀਂ ਜਾਣ ਦਿੰਦੇ। ਤੇ ਜੋ ਅੰਦਰ ਰਾਸ਼ਨ ਸੀ ਉਹ ਸਾਰਾ ਮਸਤ ਹੋ ਗਿਆ ਹੈ। मेरा सुनकर बिने जो मैं कही, कृपा निदान सुजान। ਤੋ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਦੱਸ ਰਹੇ ਨੇ, ਮੈਂ ਕਹਿ ਕੇ ਮੈਂ ਇਹਦਾ ਕਾਰਨ ਇਹ ਹੈ ਕਿ ਇਹ ਸਾਰੀ ਕਥਾ ਜਦੋਂ ਸਿੱਖ ਸੰਗਤਾਂ ਨੇ ਸਲਾਹ ਕੀਤੀ ਨਾ, ਉਹ ਯਾਰ ਜਿਵੇਂ ਬਾਬੇ ਨਾਨਕ ਜੀ ਦੀ ਜਨਮ ਸਾਖੀ ਲਿਖੀ ਹੋਈ ਆ, ਇਵੇਂ 10 ਗੁਰੂਆਂ ਦਾ ਇਤਿਹਾਸ ਵੀ ਹੋਣਾ ਚਾਹੀਦਾ। 10ਵੇਂ ਪਾਤਸ਼ਾਹ ਤੋਂ ਬਾਅਦ ਇਹ ਸਾਰਾ ਇਤਿਹਾਸ ਲਿਖਿਆ ਗਿਆ। ਫਿਰ ਕੀ ਹੋਇਆ ਪਤਾ? ਉਹਨਾਂ ਸਿੰਘਾਂ ਨੇ ਜਾ ਕੇ ਸੋਚਿਆ ਵੀ ਕੌਣ ਲਿਖਾ ਸਕਦਾ, ਤੇ ਫਿਰ ਇੱਕ ਖਿਆਲ ਆਇਆ ਵੀ ਬਾਬੇ ਬੁੱਢੇ ਕਿਆਂ ਨੂੰ ਬਾਬੇ ਨਾਨਕ ਦਾ ਵਰ ਹੈ ਵੀ ਮੈਂ ਦੁਨੀਆ ਤੋਂ ਭਾਵੇਂ ਓਹਲੇ ਹੋ ਜਾ, ਪਰ ਬੁੱਢਿਆ ਤਾਂ ਇੱਥੋਂ ਓਹਲੇ ਨਹੀਂ ਹੋਵਾਂਗਾ। ਫਿਰ ਸੰਗਤ ਨੇ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਬਾਬੇ ਬੁੱਢੇ ਦੀ ਵੰਸ਼ ਵਿੱਚੋਂ ਹੋ, ਤੇ ਸਾਨੂੰ ਆਪਣੇ ਮੁਖੋਂ ਉਚਾਰ ਕੇ ਦੂਜੇ ਗੁਰੂ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਲਿਖਾਓ। ਉਹ ਕਹਿੰਦੇ ਭਲਿਓ ਮਾਨਸੋ, ਮੇਰਾ ਤਾਂ ਜਨਮ ਹੀ 10ਵੇਂ ਪਾਤਸ਼ਾਹ ਦੇ ਸਮੇਂ ਹੋਇਆ। ਜਿਸ ਵੇਲੇ 10ਵੇਂ ਪਾਤਸ਼ਾਹ 9 ਸਾਲ ਦੇ ਸੀ, ਉਦੋਂ ਇਹਨਾਂ ਨੂੰ ਗੱਦੀ ਦਿੱਤੀ ਗਈ, ਤੇ ਉਸ ਵੇਲੇ ਰਾਮ ਕੋਇਰ ਦੇ ਗੂਠੇ ਨਾਲ ਟਿੱਕਾ ਲਵਾਇਆ ਸੀ ਚੱਕ ਕੇ। 2 ਸਾਲ ਦੇ ਸੀ ਰਾਮ ਕੋਇਰ ਜੀ ਉਸ ਵੇਲੇ। ਖੈਰ ਕਹਿੰਦੇ ਮੈਂ ਤਾਂ ਉਹਨਾਂ ਦੇ ਸਮੇਂ ਹੋਇਆ, ਮੈਨੂੰ ਦੂਜੇ ਪਾਤਸ਼ਾਹ ਤੋਂ ਵੀ ਲੈ ਕੇ ਕੀ ਪਤਾ। ਸੰਗਤਾਂ ਕਹਿੰਦੀਆਂ ਜੀ ਤੁਹਾਨੂੰ ਬਾਬੇ ਨਾਨਕ ਦਾ ਵਰ ਹੈ, ਇੱਕ ਵਾਰੀ ਲਿਖਾਉਣ ਲੱਗ ਜਾਓ ਫਿਰ ਆਪੇ ਹੀ ਆਈ ਜਾਊਗਾ। ਤੇ ਉੱਦਾਂ ਹੀ ਹੋਇਆ। ਫਿਰ ਅਰਦਾਸ ਬੇਨਤੀ ਕਰਕੇ ਫਿਰ ਸਾਰਾ ਇਤਿਹਾਸ ਰਾਮ ਕੋਇਰ ਜੀ ਨੇ ਆਪਣੇ ਮੁਖੋਂ ਬ੍ਰਹਮ ਗਿਆਨ ਦੇ ਨਾਲ ਉਚਾਰ ਕੇ ਸੁਣਾਇਆ। ਖੈਰ ਅੱਜ ਇਸੇ ਕਰਕੇ ਮੈਂ ਕਹਿੰਦੇ ਆ ਇੱਥੇ, ਮੈਂ ਦਾ ਮਤਲਬ ਮੈਂ ਬੇਨਤੀ ਕੀਤੀ ਮਹਾਰਾਜ ਤੋ ਇਤਿਹਾਸ ਨੂੰ ਉਹਨਾਂ ਨੇ ਲਿਖਾਇਆ। ਭਾਈ ਰਾਮ ਕੋਇਰ ਜੀ ਦੇ ਲਿਖੇ ਹੋਏ ਇਤਿਹਾਸ ਤੋਂ ਹੀ ਸੰਤੋਖ ਸਿੰਘ ਵਰਗਿਆਂ ਨੇ ਇਹ ਸਾਰੀਆਂ ਗ੍ਰੰਥਾਂ ਨੂੰ ਅੱਗੇ ਛਾਪਣਾ ਕੀਤਾ ਜਾਂ ਛੰਦਾਬੰਦੀ ਕੀਤੀ। ਕਹਿਣ ਲੱਗੇ ਜਿਸ ਵੇਲੇ ਮੈਂ ਬੇਨਤੀ ਕੀਤੀ ਸਿੰਘੋ ਪਾਤਸ਼ਾਹ ਕੋਲ, ਤਾਂ ਉਹਨਾਂ ਨੇ ਕੋਈ ਇੰਤਜ਼ਾਮ ਕਰ ਦਿੱਤਾ। ਹੁਣ ਸਿੰਘਾਂ ਨੂੰ ਕੁਝ ਸਮੇਂ ਲਈ ਪ੍ਰਸ਼ਾਦਾ ਅੰਨ ਪਾਣੀ ਮਿਲਣ ਲੱਗਿਆ ਜੀ।
कर कष्ट शुद्ध और करे उचित महासुख को उर धरे। ਔਰ ਇਸ ਤਰ੍ਹਾਂ ਜਿਵੇਂ ਸੁਨਿਆਰਾ ਗੁਰੂ ਪਿਆਰਿਓ ਭੱਠੀ ਦੇ ਵਿੱਚ ਸਿਉਣੇ ਨੂੰ ਤਾਉਂਦਾ ਹੈ, ਸਿਉਣੇ ਨੂੰ ਜਿਹੜਾ ਹੈ ਸ਼ੁੱਧ ਕਰਦਾ ਹੈ, ਢਾਲ ਕੇ ਗਰਮ ਕਰਕੇ ਕੁੱਟ ਕੱਟ ਕੇ, ਅੱਜ ਮਾਨੋ ਸਿੰਘਾਂ ਨੂੰ ਪਾਤਸ਼ਾਹ ਨੇ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਇਹ ਭੁੱਖ ਦਾ ਤਾਲ ਲਾਇਆ ਹੈ। पत पई सब पाए आहारा गज बाजी न दीन तब चारा। ਇਸ ਤਰ੍ਹਾਂ ਗੁਰੂ ਪਿਆਰਿਓ ਸਾਰੇ ਫਿਰ ਰੱਜ ਗਏ। ਗੁਰੂ ਦੀ ਕਿਰਪਾ ਸਦਕਾ ਘੋੜਿਆਂ ਨੂੰ ਵੀ ਕਹਿੰਦੇ ਦਾਣੇ ਪਾਣੀ ਦਾ ਇੰਤਜ਼ਾਮ ਕਰ ਦਿੱਤਾ। जी मर गए गुरुपुर बसे जीवत लड़त फिरत कट कसे। ਸੋ ਜਿਹੜੇ ਸ਼ਹੀਦੀਆਂ ਪਾ ਗਏ ਉਹਨਾਂ ਦੀਆਂ ਰੂਹਾਂ ਗੁਰੂਪੁਰੀ ਵਿੱਚ ਜਾ ਵਰਾਜੀਆਂ, ਔਰ ਜਿਹੜੇ ਜਿਉਂਦੇ ਹਨ ਉਹ ਕਮਰ ਕਸੇ ਕਰਕੇ ਲੜਨ ਲਈ ਤਿਆਰ ਰਹਿੰਦੇ ਹਨ। ਕਦੇ ਬਸ ਬੀਤੇ ਸੁਖ ਪਾਈ ਕਿਸੂ ਦੇਸ਼ ਦੀ ਸੰਗਤ ਆਈ। ਕੁਝ ਸਮਾਂ ਬਤੀਤ ਹੋਇਆ, ਇਹਨਾਂ ਨੂੰ ਕੁਝ ਭੋਜਨ ਪ੍ਰਸ਼ਾਦਾ ਮਿਲਣ ਲੱਗਿਆ ਤਾਂ ਇੱਕ ਵਾਰੀ ਕਹਿੰਦੇ ਇੱਕ ਸੰਗਤ ਆਈ ਕੁਝ ਦਿਨਾਂ ਬਾਅਦ ਕਿਸੇ ਦੇਸ਼ੋਂ, ਤੇ ਅੱਗੇ ਘੇਰਾ ਪਿਆ ਹੋਇਆ ਦੇਖ ਕੇ ਠੱਠ ਗਏ, ਭਾਵ ਰੁਕ ਗਏ ਜੀ। ਹੀਰਾ ਹੀਰ ਠੱਠ ਕਹਿ ਰਹੇ ਜਤਨ ਰਚੀ ਕਿਮ ਗੁਰਮੁਖ ਲਹੇ। ਔਰ ਹੁਣ ਸੰਗਤ ਖੜ ਕੇ ਸੋਚਣ ਲੱਗੀ ਕਿਵੇਂ ਗੁਰਮੁਖ ਲਹੇ, ਭਾਵ ਗੁਰੂ ਦੇ ਦਰਸ਼ਨ ਕਿਵੇਂ ਕਰੀਏ। ਸੋਚਣ ਲੱਗੇ ਘਾਤ ਪਾਏ ਕਿਸ ਹੋ ਤਨ ਦੀਨੋ ਅੰਤਰ ਜਾਏ ਪਰਵੇਸ਼ਨ ਕੀਨੋ। ਹੁਣ ਸੰਗਤਾਂ ਭੇਟਾ ਲੈ ਕੇ ਆਈਆਂ ਸੀ ਸਤਿਗੁਰਾਂ ਦੀ, ਦਾ ਬਣਾ ਕੇ ਉਹਨਾਂ ਦੇ ਵਿੱਚੋਂ ਕਿਸੇ ਮੁਖੀ ਨੂੰ ਕੁਝ ਮਾਇਆ ਦੇ ਦਿੱਤੀ, ਮਈਆ ਮਾਇਆ ਲੈ ਲਾ, ਅਸੀਂ ਦਰਸ਼ਨ ਕਰਨੇ ਆ, ਸਾਨੂੰ ਅੰਦਰ ਲੰਘ ਜਾਣ ਦੇ। ਤਾਂ ਉਹਨਾਂ ਨੇ ਉਹ ਮਾਇਆ ਲੈ ਕੇ ਕਹਿੰਦੇ ਸੰਗਤ ਨੂੰ ਅੰਦਰ ਲੰਘਾ ਦਿੱਤਾ ਹੈ ਜੀ। ਸਤਿਗੁਰ ਕੋ ਦਰਸ਼ਨ ਸੁਖ ਪਾਏ ਭਾਂਤ ਭਾਂਤ ਕੀ ਭੇਟ ਚੜਾਏ। ਤੋ ਜਾ ਸੰਗਤਾਂ ਨੇ ਦਰਸ਼ਨ ਕੀਤੇ ਸਤਿਗੁਰਾਂ ਦੇ, ਜੋ ਭੇਟਾਵਾਂ ਲੈ ਕੇ ਆਏ ਉਹ ਮੱਥਾ ਟੇਕਦੇ ਹਨ। ਏਕ ਸਿੱਖ ਤਿਨ ਮੈਂ ਗੁਣਵੰਤਾ ਪਾਰਸ ਪਾਸ ਛਪਾਏ ਰਖੰਤਾ। ਇਹਨਾਂ ਸੰਗਤਾਂ ਦੇ ਵਿੱਚ ਇੱਕ ਸਿੱਖ ਸੀਗਾ ਜਿਹੜਾ ਬੜਾ ਗੁਣੀ ਸੀਗਾ। ਕਹਿੰਦੇ ਇਹਦੇ ਕੋਲ ਇੱਕ ਪਾਰਸ ਦੀ ਵੱਟੀ ਸੀ। ਗੁਰ ਕੇ ਆਦਿ ਜੀ ਅਪਰ ਨਰੇਸ਼ਾ ਤਿਨ ਕੀ ਧਾਰੀ ਤਰਾਸ਼ ਵਿਸ਼ੇਖਾ। ਔਰ ਇਹ ਰਾਜਿਆਂ ਤੋਂ ਡਰਦਾ ਸੀ, ਤੁਰਕਾਂ ਤੋਂ ਡਰਦਾ ਸੀਗਾ, ਮੈਂ ਕਿਤੇ ਕਿਸੇ ਨੂੰ ਪਤਾ ਲੱਗ ਗਿਆ ਤੇ ਮੇਰੀ ਪਾਰਸ ਦੀ ਵੱਟੀ ਖੋਹ ਨਾ ਲੈਣ। ਏਕ ਦਸ਼ਾ ਕੈ ਸਿੰਘਨ ਕੇਰੀ ਨਿਪੁੱਠੀ ਸਕਲ ਬਸਤ ਇਸ ਬੇਰੀ। ਪਰ ਅੰਦਰ ਇਸ ਨੇ ਜਦ ਆ ਕੇ ਸਿੰਘਾਂ ਨੂੰ ਮਿਲਣਾ ਕੀਤਾ, ਸਿੰਘ ਕਮਜ਼ੋਰ ਹੈ, ਭੁੱਖੇ ਹੈ, ਖਾਣ ਪੀਣ ਦਾ ਵਧੀਆ ਅਰੇਂਜਮੈਂਟ ਨਹੀਂ ਹੈ। ਇਹਦੇ ਦਿਮਾਗ ਵਿੱਚ ਖਿਆਲ ਆਇਆ ਹੈ ਸਭੀ ਕਸ਼ਟ ਪਾਈ ਕਰ ਰਹੇ ਮਨ ਭਾਵਤ ਭੋਜਨ ਨੇ ਲਾਏ। ਬਈ ਸਿੰਘ ਗੁਰੂ ਕੇ ਬੜੇ ਹੀ ਕਮਜ਼ੋਰ ਹੋ ਗਏ ਹਨ, ਦੁਖੀ ਹਨ, ਮਨ ਭਾਵਤ ਭੋਜਨ ਇਹਨਾਂ ਨੂੰ ਨਹੀਂ ਮਿਲਦਾ ਜੀ। ਪਾਰਸ ਮੈਂ ਗੁਰ ਕੋ ਦੇਖੈ ਦਰਦ ਸਕਲ ਬਿਨਾਸ਼ੀ ਕਹਿ ਗੈ। ਔਰ ਹੋ ਸਕਦਾ ਹੈ ਗੁਰੂ ਘਰ ਦੇ ਵਿੱਚ ਮਾਇਆ ਦਾ ਤੋੜਾ ਪੈ ਗਿਆ ਹੋਵੇ। ਮਾਇਆ ਤਾਂ 18 ਅਰਬ ਪਾਤਸ਼ਾਹ ਨੇ ਦਰਿਆ ਵਿੱਚ ਰੋੜ ਦਿੱਤਾ ਸਾਰਾ। ਹੋ ਸਕਦਾ ਮਾਇਆ ਦੀ ਘਾਟ ਪੈ ਗਈ ਹੋਵੇ, ਕਿਉਂ ਨਾ ਮੈਂ ਇਹ ਪਾਰਸ ਦੀ ਵੱਟੀ ਗੁਰੂ ਸਾਹਿਬ ਨੂੰ ਦੇ ਦੇਵਾਂ ਤੇ ਇਹਦੇ ਨਾਲ ਲੋਹਾ ਲਾ ਲਾ ਕੇ ਸੋਨਾ ਬਣਾ ਕੇ ਫਿਰ ਉਹਨੂੰ ਵੇਚ ਕੇ ਬੇਅੰਤ ਰਾਸ਼ਨ ਆ ਸਕਦਾ ਹੈ। ਸੁਖ ਸੋ ਰਹੇ ਮਾਂ ਫਲੇ ਹੈ ਪ੍ਰਭੂ ਪ੍ਰਸੰਨ ਹੋਏ ਜਬ ਲੈ ਹੈ। ਔਰ ਗੁਰੂ ਸਾਹਿਬ ਵੀ ਬੜੇ ਖੁਸ਼ ਹੋਣਗੇ ਜਦ ਮੈਂ ਪਾਰਸ ਦੀ ਵੱਟੀ ਦਿੱਤੀ, ਔਰ ਸਿੰਘਾਂ ਨੂੰ ਵੀ ਖੁਸ਼ੀ ਹੋਊਗੀ ਜਦੋਂ ਖੁੱਲਾ ਰਾਸ਼ਨ ਪਾਣੀ ਆ ਗਿਆ। ਏਮ ਵਿਚਾਰ ਤਤਕਾਲ ਨਿਕਾਸਾ ਧਰਿਓ ਚਰਨ ਅਰਵਿੰਦਨ ਪਾਸਾ। ਇਹ ਸੋਚ ਕੇ ਉਹਨੇ ਆਪਣੇ ਕੱਪੜਿਆਂ ਵਿੱਚ ਲਕੋਈ ਹੋਈ ਉਹ ਪਾਰਸ ਦੀ ਵੱਟੀ, ਪੱਥਰ ਦੀ ਵੱਟੀ ਪਾਰਸ ਦੀ ਹੁੰਦੀ ਆ, ਤਾਂ ਕਹਿੰਦੀ ਉਸ ਨੇ ਉਹ ਕੱਢੀ ਆ ਤੇ ਕੱਢ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੀ ਹੈ। ਮਨ ਮੇ ਕਰ ਹੰਕਾਰ ਕਨੇਰਾ ਹੱਥ ਜੋਰ ਬੋਲਿਓ ਤਿਸ ਵੀਰਾ। ਔਰ ਕੁਝ ਮਨ ਵਿੱਚ ਮਾਣ ਆ ਗਿਆ ਕਿ ਮੈਂ ਗੁਰੂ ਘਰ ਦਾ ਕੰਮ ਸਾਰ ਦਿੱਤਾ ਪਾਰਸ ਦੀ ਵੱਟੀ ਦੇ ਕਰਕੇ। ਤੇ ਨਾਲੇ ਕਹਿੰਦਾ ਪ੍ਰਭ ਜੀ ਪਾਰਸ ਮੈਂ ਦੀਨਾ ਜਿਸ ਤੇ ਸਭ ਦਾਰਿਦ ਹੋਏ ਹੀਨਾ। ਬਾਬਾ ਜੀ ਮੈਂ ਇੱਕ ਪਾਰਸ ਦੀ ਵੱਟੀ ਲੈ ਕੇ ਆਇਆ, ਇਹ ਤੁਸੀਂ ਰੱਖ ਲਓ।
ਔਰ ਇਹਦੇ ਨਾਲ ਗੁਰੂ ਘਰ ਦੀ ਸਾਰੀ ਗਰੀਬੀ ਚੱਕੀ श्री ਜਾਊਗੀ। गुरु गोबो काज सुधारै तुर करती नाहिन तलहारै। ਔਰ ਇਸ ਨਾਲ ਆਪਣੇ ਗੁਰੂ ਘਰ ਦੇ ਬਹੁਤ ਕੰਮ ਸਰ ਜਾਣਗੇ ਔਰ ਨਾਲੇ ਸਾਡਾ ਦਲ ਤਕੜਾ ਹੋ ਜਾਊਗਾ, ਖਾ ਪੀ ਕੇ ਤੁਰਕਾਂ ਤੋਂ ਹਾਰੇਗਾ ਨਹੀਂ। मन भावत तन करे गुसाई दुख सुख सब को दे गवाई। ਔਰ ਇਸ ਪਾਰਸ ਦੀ ਬੱਟੀ ਨੂੰ ਲੋਹੇ ਦੇ ਨਾਲ ਲਾ ਲਾ ਕੇ ਜਿੰਨਾ ਮਰਜੀ ਸਿਉਣਾ ਬਣਾ ਲਓ ਮਹਾਰਾਜ, ਮਨ ਭਾਵਤ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਵੇਗਾ। इनके मन में गर्भ करंता मैं गुर पर उपकार करंता। ਔਰ ਇਉਂ ਦੱਸ ਰਿਹਾ ਹੈ ਤੇ ਨਾਲੇ ਕਹਿ ਸੋਚ ਰਿਹਾ ਹੈ ਕਿ ਮੈਂ ਗੁਰੂ ਘਰ ਦੇ ਉੱਤੇ ਉਪਕਾਰ ਕਰ ਰਿਹਾ। ਕਈ ਵਾਰੀ ਆ ਪ੍ਰਬੰਧਕ ਕਮੇਟੀਆਂ ਹੁੰਦੀਆਂ ਨਾ ਗੁਰਦੁਆਰਿਆਂ ਵਿੱਚ, ਆਪਣੇ ਜਿਹੜੇ ਲੋਕਲ ਗੁਰੂ ਘਰ ਹੈ ਉਹਨਾਂ ਕਮੇਟੀਆਂ ਵਾਲਿਆਂ ਨੇ ਪੈਸਾ ਜੋੜਨਾ ਕੀਤਾ ਹੁੰਦਾ ਬੈਂਕਾਂ ਦੇ ਵਿੱਚ ਖਾਤੇ। ਇੱਕ ਕਮੇਟੀ ਪਿਛਲੀ ਬਦਲੀ, ਅਗਲੀ ਨੂੰ ਪੁੱਛਦੇ ਆ ਕਿੰਨੇ ਕੁ ਪੈਸੇ ਆ, ਹੁਣ ਕੁਛ ਵੀ ਨਹੀਂ ਸੀ, ਉਹ ਤਾਂ ਖਾਲੀ ਕਰ ਗਏ ਸੀ, ਅਸੀਂ ਬੈਲੈਂਸ ਇੰਨਾ ਵਧਾ ਦਿੱਤਾ। ਉਸ ਪੈਸੇ ਨੂੰ ਗੁਰੂ ਘਰ ਦੇ ਕੰਮ ਤੇ ਖਰਚ ਨਹੀਂ ਕਰਨਾ, ਉਸ ਪੈਸੇ ਨਾਲ ਕੋਈ ਵਧੀਆ ਗ੍ਰੰਥੀ, ਕੋਈ ਕਥਾਵਾਚਕ ਨਹੀਂ ਰੱਖਣਾਗਾ ਵੀ ਉਹਨੂੰ ਚੰਗੀ ਤਨਖਾਹ ਦੇ ਦਈਏ। ਗ੍ਰੰਥੀ ਰੱਖਣਾ ਬਸ ਸੁਬਹ ਸ਼ਾਮ ਨਿਤਨੇਮ ਕਰ ਦੇਵੇ। ਅਸਲ ਦੇ ਵਿੱਚ ਇਹ ਪੈਸਾ ਸਾਂਝੇ ਕੰਮਾਂ ਤੇ ਵਰਤਣ ਵਾਸਤੇ ਹੁੰਦਾ ਹੈ। ਉਹ ਸੋਚਦੇ ਆ ਅਸੀਂ ਗੁਰੂ ਘਰ ਦਾ ਕੰਮ ਚਲਾ ਰਹੇ ਹਾਂ, ਨਾ ਕਿ ਗੁਰੂ ਸਾਨੂੰ ਪਾਲ ਰਿਹਾ ਹੈ। ਕੋ ਸਤਨਾਮ। ਇੱਦਾਂ ਨਹੀਂ ਸਮਝਣਾ ਵੀ ਗੁਰੂ ਸਾਡੇ 'ਤੇ ਕਿਰਪਾ ਕਰ ਰਿਹਾ। ਉਹ ਸੋਚਦੇ ਆ ਸ਼ਾਇਦ ਅਸੀਂ ਗੁਰਦੁਆਰਾ ਚਲਾ ਰਹੇ ਹਾਂ। ਬੜਾ ਹੰਕਾਰ ਹੁੰਦਾ ਐਸਾ, ਕਿਸੇ ਕਿਸੇ ਨੂੰ ਹੁੰਦਾ, ਕਿਤੇ ਕਿਤੇ ਹੁੰਦਾ ਹੈ। ਗੁਰੂ ਕਿਰਪਾ ਕਰਨ, ਸਭ ਨੂੰ ਸਮੱਤ ਬਖਸ਼ਣ। ਇਹਦੇ ਮਨ ਵਿੱਚ ਇਹ ਹੰਕਾਰ ਆ ਗਿਆ ਵੀ ਜਿਹੜੀ ਮੈਂ ਪਾਰਸ ਦੀ ਵੱਟੀ ਦਿੱਤੀ ਆ, ਇਹਦੇ ਨਾਲ ਮੈਂ ਬਹੁਤ ਵੱਡਾ ਕੰਮ ਕੀਤਾ, ਗੁਰੂ ਘਰ ਦਾ ਕੰਮ ਸਰ ਜਾਵੇਗਾ। ਜਾਨਰ ਦੇਖੀ ਕਰ ਮੈਂ ਕਹਿਓ ਨੀਕੀ ਰੀਤ ਸੋ ਪਾਰਸ ਲਿਓ। ਔਰ ਜਾਨੀ ਜਾਨ ਸਤਿਗੁਰਾਂ ਨੇ ਜਦੋਂ ਹੀ ਦੇਖਿਆ ਵੀ ਇਹਨੂੰ ਹੰਕਾਰ ਹੋ ਗਿਆ ਤੇ ਪਾਤਸ਼ਾਹ ਨੇ ਪੈਰਾਂ 'ਚੋਂ ਪਾਰਸ ਦੀ ਵੱਟੀ ਚੱਕੀ, ਹੱਥ ਉੱਤੇ ਰੱਖ ਕੇ ਦੇਖੇ। ਹੁਣ ਜਦ ਮੈਂ ਸੋ ਦਿਓ ਬਗਾਈ ਜੈਤੀ ਖੋਜੇ ਹੱਥ ਨ ਆਈ। ਔਰ ਪਾਤਸ਼ਾਹ ਨੇ ਚਲਾ ਕੇ ਨਦੀ ਦੇ ਵਿੱਚ ਮਾਰੀ, ਵਗਦੇ ਪਾਣੀ ਵਿੱਚ ਸਿੱਟ ਦਿੱਤੇ ਜੇ। ਹੈਰਤ ਸਿੱਖ ਪਿਓ ਹੈਰਾਨਾ ਇਕ ਟਕ ਪ੍ਰਭ ਕੋ ਦੇਖਨ ਠਾਨਾ। ਔਰ ਉਹ ਸਿੱਖ ਹੈਰਾਨ ਹੋ ਗਿਆ, ਨਾਲੇ ਪਾਤਸ਼ਾਹ ਜੀ ਦੇ ਵੱਲ ਦੇਖਣ ਲੱਗਿਆ ਵੀ ਇਹ ਕੀ ਕੀਤਾ। ਐਡੀ ਕੀਮਤੀ ਵਸਤੂ ਜਿਹੜੀ ਮਸਾਂ ਲੱਭਦੀ ਹੈ। ਵਸਤੂ ਅਮੋਲਕ ਦੁਰਲਭ ਭਾਰੀ ਕਿਤੋਂ ਨ ਪਈਅਤ ਜਗਤ ਮਜਾਰੀ। ਆ ਕੀ ਕਰਤਾ, ਇਦੂ ਤਾਂ ਮੈਂ ਨਾ ਹੀ ਦਿੰਦਾ। ਇਤਨੀ ਅਮੋਲਕ ਵਸਤੂ ਸੀ ਜਿਹੜੀ ਮਸਾਂ ਕਿਸੇ ਨੂੰ ਲੱਭਦੀ ਹੈ ਦੁਨੀਆ 'ਚ। ਇਸ ਕੀ ਕੀਮਤ ਗੁਰੂ ਨਾ ਜਾਣੀ ਪਾਨ ਸਮ ਗਿਰਿਓ ਵਿੱਚ ਪਾਣੀ। ਲੱਗਦਾ ਗੁਰੂ ਨੂੰ ਇਹਦੀ ਕੀਮਤ ਦਾ ਪਤਾ ਹੀ ਨਹੀਂ ਕਿੰਨੀ ਕਾ। ਸਤਿਗੁਰਾਂ ਨੇ ਸਾਲਸਰਾਏ ਨੂੰ, ਮਰਦਾਨੇ ਨੂੰ ਨਾਮ ਦੀ ਕੀਮਤ ਦੱਸਣ ਵਾਸਤੇ ਇੱਕ ਲਾਲ ਵੇਚਣ ਲਈ ਭੇਜਿਆ ਸੀ। ਔਰ ਧੰਨ ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਨੂੰ ਇਹ ਦੱਸਿਆ ਬਈ ਅਸੀਂ ਕੋਈ ਮਾਇਆ ਦੇ ਭੁੱਖੇ ਨਹੀਂ। ਜਦ ਉਸਨੇ ਗੋਦਾਵਰੀ ਤੇ ਬੈਠਿਆ ਪਾਤਸ਼ਾਹ ਜੀ ਨੂੰ ਇੱਕ ਹੀਰਾ ਭੇਟ ਕੀਤਾ। ਪਾਤਸ਼ਾਹ ਹੀਰਾ ਫੜਿਆ, ਇੱਦਾਂ ਵੇਖਦੇ ਰਹੇ ਤੇ ਵੇਖਦੇ ਵੇਖਦੇ ਗੋਦਾਵਰੀ ਕੰਨੀ ਹੱਥ ਟੇਢਾ ਕਰਤਾ ਤੇ ਗੋਦਾਵਰੀ ਚਲਿਆ ਗਿਆ। ਬਹਾਦਰ ਸ਼ਾਹ ਵੀ ਹੈਰਾਨ ਹੋ ਗਿਆ, ਓਹੋ ਗੁਰੂ ਸਾਹਿਬ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਨਹੀਂ ਹੋਣੀ। ਕਹੋ ਸਤਨਾਮ। ਇੰਨਾ ਕੀਮਤੀ ਹੀਰਾ, ਮਹਾਰਾਜ ਇਹ ਤਾਂ ਬਹੁਤ ਮਹਿੰਗਾ ਸੀਗਾ। ਅੱਛਾ ਭਾਈ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਚੱਲ ਕੋਈ ਨਹੀਂ, ਚੱਕ ਲਾ, ਇੱਥੇ ਨੇੜੇ ਹੀ ਪਿਆ ਹੋਣਾ, ਹੱਥ ਮਾਰ ਕੇ। ਤੋ ਬੈਠੇ ਬੈਠੇ ਪਾਣੀ ਦੇ ਕਿਨਾਰੇ 'ਚ ਹੱਥ ਮਾਰਿਆ ਤੇ ਹੱਥ ਵਿੱਚ 5-7 ਹੀਰੇ ਆ ਗਏ ਓਡੇ ਓਡੇ ਲੱਪ 'ਚ। ਹੈਰਾਨ ਹੋ ਗਿਆ ਵੀ ਉਹੇ ਜਿਹੇ ਤਾਂ ਨਿਰੇ ਹੀ ਆ ਗਏ, ਮੈਂ ਤਾਂ ਇੱਕੋ ਦਿੱਤਾ। ਪਾਤਸ਼ਾਹ ਕਹਿੰਦੇ ਜੀ, ਪਾਤਸ਼ਾਹ ਨੂੰ ਕਹਿੰਦਾ ਜੀ ਇੰਨੇ? ਕਹਿੰਦੇ ਸਾਡਾ ਖਜ਼ਾਨਾ ਪਾਣੀ, ਤੂੰ ਆਪਦਾ ਇੱਕ ਕੱਢ ਲਾ, ਬਾਕੀ ਵਿੱਚ ਸਿੱਟ ਦੇ। ਕਹੋ ਸਤਨਾਮ। ਇਹ ਸਾਡਾ ਖਜ਼ਾਨਾ ਹੈ। ਤੋ ਗੰਗਾ ਦੇ ਵਿੱਚ ਪਾਤਸ਼ਾਹ ਕੰਗਣ ਸਿੱਟਦੇ ਹੈ। ਸਤਲੁਜ ਦੇ ਵਿੱਚ 18 ਅਰਬ ਦਾ ਸੋਨਾ ਚਾਂਦੀ ਹੀਰੇ ਜਵਾਹਰਾਤ ਤੇ ਟੋਹਾ ਪਟਾ ਕਰਕੇ ਜਿੰਨਾ ਖਜ਼ਾਨੇ 'ਚ ਪਿਆ ਸੀ ਸਮਾਨ, ਟੋਕਰੇ ਭਰ ਭਰ ਕੇ ਉਹਦੇ ਵਿੱਚ ਜਾ ਕੇ ਉਲਟਾਤਾ। ਕਹੋ ਸਤਨਾਮ। ਮਾਤਾ ਗੁਜਰੀ ਜੀ ਕਹਿੰਦੇ ਪੁੱਤਰ ਇਹ ਮਾਇਆ ਤੂੰ ਸਿੰਘਾਂ ਨੂੰ ਦੇ ਦੇ, ਇਹ ਆਪਣੇ ਘਰ ਹੀ ਭੇਜ ਦੇਣਗੇ, ਨਾਲੇ ਬਾਲ ਬੱਚੇ ਛਕ ਲੈਣਗੇ। ਤੇ ਪਾਤਸ਼ਾਹ ਕਹਿੰਦੇ ਮਾਤਾ ਜੀ ਮੈਨੂੰ ਥੋੜਾ ਜ਼ਹਿਰ ਲਿਆ ਦਿਓ, ਫਿਰ ਮੈਂ ਇਹਨਾਂ ਨੂੰ ਵੰਡ ਦੂੰਗਾ। ਕਹੋ ਸਤਨਾਮ। ਕਹਿੰਦੇ ਕਿਉਂ ਜ਼ਹਿਰ ਮਰਨਾ? ਕਹਿੰਦੇ ਫਿਰ ਇਹਨਾਂ ਨੇ ਮਰਨਾ।
मैं अपना पंथ चढ़दी कला नाल बड़ा उच्चा लैके जाना। ये जिहड़ा चढ़ावे दा माल है ये जहर है। ये लोगों दियां पता नहीं किन्ने तरह दियां अरदासां बेनतियां भावनावां दा भरिया होया है। जे कोई इस नूं अपने निज दे वास्ते वरतेगा, तजर्बा करके देख ले, कोई करी जाते हैं लोग तजर्बे, तो पगड़ो पता भी लगता कि फलाना घर खत्म हो गया। को सतनाम। जे कोई इस नूं निज वास्ते वरतेगा तो उसकी बुद्ध मत मारी जाएगी, उसकी कुल खत्म हो जाएगी, रुक जाएगी, अगे कुल नहीं चलेगी। को सतनाम सी। ये जहर है। ये सांझे कामां वास्ते वरतिया जा सकता है, पर किसी सिंह नूं मैं निज नूं वरतन लई नहीं दे सकदा गा। इस करके पातशाह ने वो सारा खजाना उस वेले 18 अरब का, अज तक कोई उसका कीमत ही नहीं है, वो सारा जिहड़ा खजाना सी चक के सतलुज विच वहा दिता। एक टोहा पट के नप दिता। ते रात नूं पहाड़ियां नूं पता लगे, सुंधक लगी, तो टक्कण वास्ते आ गए। चलो कहते आपां कढ लियाउने आ। सारी रात उत्थे टक्करा मारदे, मुड़ के थां ही नहीं लभ्या भी कित्थे नपे सी। को सतनाम सी। खैर मनोबिरतियां उत्थे रखीए। इस नूं भी थोड़ा मान हो गया। बड़ी कीमती वस्तु सी महाराज, ये तो लभ्या नहीं लभदी। मन दा गुलाम हो गया, मन दा कैदी, मन दा गुलाम। भा मन दे मगर लग रहा है, मन अंदरों फिटकारा पा रहा, मूर्खा तू ही रख लेंदा ना ही दिंदा। मन दा कैदी होके अंदर बैठा, अंदरों पछता रहा है जी। और संताप में तबे कारण श्री प्रभु की न बात उच्चारण। और पातशाह ने यदि चिंता, संताप हुंदा चिंता, तीने ताप निवारण हारा। तीन ताप केड़े आ? आदि व्याधि उपाधि, तीन तरह ने ताप सतगुरु है। हुण इहदे हिरदे दी ये चिंता जिहड़ी एक ताप बन गया। इनू दूर करने वास्ते पातशाह अनजान जे बन के कहने भी तेरा कुछ गवाच गया, तू किवें उदास जा हो गया है। पत्री अर्पण कर तर पाए, लकीन कमी दैव गाए। कोई कीमती चीज गवाच गई तेरी। आ जदों मैं आ पत्थर जा चक के दरिया विच सिੱਟੇ आउंदा तू ढिला जा पै गया है। ओ महाराज ओ पत्थरी नहीं सीगी जिन्हों तुसी पत्थर कह रहे हो, ओ पत्थर नहीं सीगा। ये महाराज धरती दी उत्ते पता नहीं कित्थों मिलदी है, लभदी लुभदी नहीं है, किते पता नहीं किथे हुंदी है। ये तो मैनू कितों मिल गई सी महाराज, मैं लई फिरदा सी किदें दा, बड़ा कम सारे इहदे नाल। जद मैं तुहाडे दर ते आया, मैं तुहाडे हाथी घोड़े सिंह कमजोर देखे भुख दे कारण। और ये सिंह तुरकां दे नाल लड़दे भी है, पर खाण नूं कुछ मिलदा नहीं। जदों मैनू इस गल का पता लग्या, और मैं तुहानू तां पत्थरी भेंट कीती सी महाराज, बई तुसी इस पत्थरी नाल सोना बना बना के और ओदा राशन पानी लिया के सिंघां नूं दे दिंदे, फिर इन्नी माया बन जाती, भावें तुसी जिन्नी मर्जी फौज तनख्वाह ते रख लेंदे, और फिर इन्नी फौज दे नाल तुरकां नूं भजा दिंदे कुट के। जे तुसी चाहुंदे तां इस पत्थरी नाल सारी दुनिया नूं वस कर सकदे सी। हो तो पहला ही वस है, पर यह सोचता शायद गुरु कोले माया नहीं है। सारी माया गुरु के वस विच है। जिस वेले बाबे नानक नूं कलयुग मिलिया, राग श्री राग का पहला शब्द है। कलयुग कहन लग्या, यार तू आ प्रचार जा बंद कर बाबा। क्यों? मेरा राज है, मैनू परमेश्वर ने राज करने का समा दिता है, ये जनता मेरी आ, ते तू ये सिੱਖੀ का प्रचार कर करके ये जनता मेरे नालों तोड़ रहा है। बाबा जी कहने मेरी भी ड्यूटी लाई परमेश्वर ने, मैं भी उसका सेवक हाँ।
ਤੇ ਉਹ ਕਹਿਣ ਲੱਗਿਆ ਜੇ ਤੂੰ ਕਹੇ ਤਾਂ ਮੈਂ ਤੈਨੂੰ ਬਹੁਤ ਸਾਰੀ ਮਾਇਆ ਦੇ ਦਿਆਂ, ਰਾਜਾ ਬਣਾ ਦਿਆਂ, ਸੋਨੇ ਦੇ ਪਲੰਘ ਬਣਵਾ ਦਿਆਂ ਔਰ ਸੋਨੇ ਦੇ ਘਰ ਬਣਵਾ ਦਿਆਂ, ਹੀਰੇ ਜਵਾਹਰਾਤਾਂ ਦੇ ਨਾਲ ਲਿਪ ਦਿਆਂ ਉਹਨਾਂ ਨੂੰ। ਬਾਬਾ ਜੀ ਕਹਿੰਦੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨ ਆਵੈ ਨਾਓ। ਕਹਿੰਦੇ ਨਹੀਂ, ਇਹ ਸਮਾਨ ਲੈ ਕੇ ਮਾਲਕ ਵਿਸਰ ਜਾਵੇਗਾ। ਕਹੋ ਸਤਨਾਮ, ਉਹਨੂੰ ਭੁੱਲ ਜਾਵਾਂਗਾ। ਕਹਿੰਦੇ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਐਸੀ ਤਾਕਤ ਦੇ ਦੇਵਾਂ, ਪਵਨ ਪੀਣ ਆਪੇ ਆਓ, ਤੈਨੂੰ ਰੋਟੀ ਖਾਣ ਦੀ ਲੋੜ ਨਾ ਪਵੇ, ਹਵਾ ਦੀ ਹੋ ਜਾਵੇਂ। ਬਾਬਾ ਨਾਨਕ ਤਾਂ ਪਹਿਲਾਂ ਹੀ ਹਵਾ ਤੇ ਸੀ। ਕਹੋ ਸਤਨਾਮ ਸੀ। ਉਹ ਤਾਂ ਕਦੇ ਖਾਂਦੇ ਕਦੇ ਨਾ ਖਾਂਦੇ, ਮਰਦਾਨੇ ਨੂੰ ਭੁੱਖ ਲੱਗਦੀ ਸੀ। ਜੇ ਚਾਹੇ ਤਾਂ ਤੈਨੂੰ ਮੈਂ ਐਸੀ ਤਾਕਤ ਦੇ ਦਿਆਂ, ਸ਼ਕਤੀਆਂ ਦੇ ਦਿਆਂ, ਜਿੱਥੇ ਮਰਜੀ ਗਾਇਬ ਹੋ ਜੇ, ਜਿੱਥੇ ਮਰਜੀ ਪ੍ਰਗਟ ਹੋ ਜੇ। ਕਹਿੰਦੇ ਨਾ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਇਹ ਰਿੱਧੀਆਂ ਸਿੱਧੀਆਂ ਦੇ ਦਿਆਂ ਤੈਨੂੰ। ਬਾਬਾ ਨਾਨਕ ਜੀ ਕੋਲ ਸੀ ਤਾਂ ਸਭ ਕੁਝ ਪਰਮੇਸ਼ਰ ਸੀ, ਪਰ ਐ ਜ਼ਾਹਰ ਨਹੀਂ ਸੀ ਕਰਦੇ ਜਿਵੇਂ ਕਲਯੁਗ ਆਫਰਾਂ ਦੇਈ ਜਾਂਦਾ। ਅੱਜ ਦੇ ਵੀ ਲੋਕ ਆਫਰਾਂ ਦਿੰਦੇ ਨਾ, ਉਹ ਕਲਯੁਗ ਹੀ ਵਰਤਦਾ। ਜਦੋਂ ਕਿਸੇ ਨੂੰ ਕਿਸੇ ਪਾਰਟੀ 'ਚੋਂ ਪੱਟਣਾ ਹੁੰਦਾ ਹੈ, ਕਿਸੇ ਮੰਤਰੀ ਨੂੰ, ਕਿਸੇ ਵੋਟਰ ਨੂੰ, ਤਾਂ ਫਿਰ ਆਫਰ ਦਿੰਦੇ ਆ, ਤੂੰ ਸਾਡੇ ਕੰਨੀ ਆ ਜਾ, ਤੈਨੂੰ ਆਹ ਪਦਵੀ ਦੇ ਦਿਆਂਗੇ। ਪਰ ਉਹ ਤਾਂ ਸੰਸਾਰੀ ਬੰਦੇ ਆ। ਖੈਰ, ਪਰ ਗੁਰੂ ਸਾਹਿਬ ਨੂੰ ਜਿਹੜਾ ਹੈ ਇਹ ਆਫਰਾਂ ਦੇਣੀਆਂ ਗਲਤ ਹੈ। ਉਹ ਤਾਂ ਸਾਰੀਆਂ ਸ੍ਰਿਸ਼ਟੀਆਂ ਦੇ ਮਾਲਕ ਆ। ਕਹਿੰਦਾ ਜੀ ਤੁਸੀਂ ਭਾਵੇਂ ਸਾਰੀ ਦੁਨੀਆ ਨੂੰ ਬਸ ਕਰ ਲੈਂਦੇ, ਐਸੀ ਇਹ ਪਾਰਸ ਦੀ ਵੱਟੀ ਸੀ। ਰਾਵਣ ਕਰੇ ਕੀਰਤ ਅਭਿਆਸੇ, ਗਿਰਿਓ ਪਾਰਸ ਪਾਨ ਜੈਸੇ। ਆ ਤੁਸੀਂ ਕੀ ਕੀਤਾ? ਇੱਕ ਪੱਥਰ ਦੀ ਨਿਆਈ ਚੱਕ ਕੇ ਦਰਿਆ ਵਿੱਚ ਵਗਾ ਦਿੱਤਾ ਹੈ। ਸੁਨ ਗੁਰ ਸਿਥਲ ਹੋਏ ਕਰ ਕਹਿਓ, ਸੁਹਾਮਣੇ ਪਾਰਸ ਨ ਲਿਓ। ਪਾਤਸ਼ਾਹ ਸਿਥਲ ਭਾਵ ਢਿੱਲੇ ਜਿਹੇ ਹੋ ਕੇ ਜਾਣ ਕੇ, ਉਹ ਅੱਛਾ ਭਾਈ, ਲੈ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਪਾਰਸ ਦੀ ਵੱਟੀ ਸੀ ਉਹ। ਜੇ ਕੀਮਤ ਜਾਣਤ ਬੜਤਾਈ, ਤੋ ਕਹਿ ਗੇਰ ਦੇਤ ਜਲਮਾਈ। ਮੈਨੂੰ ਤਾਂ ਪਤਾ ਹੀ ਨਹੀਂ ਸੀਗਾ, ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਕਾਹਨੂੰ ਸਿੱਟਦਾ। ਅਬ ਚਿੰਤਾ ਨਿਜਰ ਦੇ ਵਿਸਾਰੋ, ਪਾਰਸ ਹਮਰੋ ਦੇ ਵਿਚਾਰੋ। ਆ ਤੈਨੂੰ ਇੱਕ ਹੋਰ ਪਾਰਸ ਦੇ ਦਿੰਨੇ ਆ। ਵੈਸੇ ਉਹ ਪਾਰਸ ਪਰਮੇਸ਼ਰ ਦਾ ਨਾਮ ਵੀ ਹੈ, ਪਰ ਸਤਿਗੁਰੂ ਕਿਹੜੇ ਪਾਰਸ ਦੀ ਗੱਲ ਕਰਦੇ ਆ? ਕਹਿੰਦੇ ਛੱਡ ਚਿੰਤਾ, ਕੋਈ ਗੱਲ ਨਹੀਂ, ਤੈਨੂੰ ਹੋਰ ਪਾਰਸ ਦਿੰਨੇ ਆ। ਸਭ ਮਾਇਆ ਜਿਨ ਕੀ ਅਨੁਸਾਰੀ, ਚਾਹੇ ਦੇਤ ਚਾਹੇ ਛੀਨੇ ਸਾਰੀ। ਔਰ ਮੈਂ ਤੈਨੂੰ ਐਸਾ ਪਾਰਸ ਦੇਵਾਂਗਾ, ਸਾਰੀ ਮਾਇਆ ਉਹਦੇ ਹੱਥ ਵਿੱਚ ਹੈ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ। ਕਾਮ ਤੇਨਾ ਸੋ ਐਸਾ ਹਰ ਧਿਆਈਐ, ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ। ਮੇਰੇ ਮਨਾ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਧਿਆਈਐ ਹਰ ਪੁਰਖ ਨਿਰੰਜਨ। ਇਸ ਕਰਕੇ ਸਾਰੇ ਕਲ ਬਿਰਸ਼ ਕਾਮ ਤਿੰਨ ਗਊ, ਸਾਰੀ ਮਾਇਆ ਉਸ ਪਰਮੇਸ਼ਰ ਦੇ ਵਸ ਵਿੱਚ ਹੈ। ਖੈਰ, ਪਾਤਸ਼ਾਹ ਕਿਹੜਾ ਪਾਰਸ ਦਿੰਦੇ ਅੱਗੇ ਦੇਖਦੇ ਆ। ਕਹਿੰਦੇ ਤੈਨੂੰ ਐਸਾ ਪਾਰਸ ਦੇ ਦੇਵਾਂ ਕਿ ਸਾਰੀ ਮਾਇਆ ਤੇਰੇ ਅਨੁਸਾਰ ਹੋ ਜਾਵੇ, ਜਿਹਨੂੰ ਮਰਜੀ ਦੇਵੇਂ, ਜੀ ਤੋਂ ਮਰਜੀ ਖੋਹ ਲਵੇਂ। ਸੁਨ ਸਿੱਖ ਕੁਸ਼ਨ ਮਨ ਮੈਂ ਕਹਿਓ, ਕਿਮ ਜਾਣੇ ਕਛ ਹਮ ਨ ਲਹਿਓ। ਉਹ ਸਿੱਖ ਸੋਚਣ ਲੱਗਿਆ ਵੀ ਇਹ ਕਿਹੜੇ ਪਾਰਸ ਦੀ ਗੱਲ ਕਰਦੇ ਆ, ਇਹੋ ਜਿਹੇ ਦੀ ਕੋਈ ਸਮਝ ਨਹੀਂ ਆਉਂਦੀ। ਸਕਲ ਜਗਤ ਕੀ ਮਾਲਿਕ ਜੋਈ, ਤੋ ਪਾਰਸ ਦਿਖਰਾਵੈ ਸੋਈ। ਜੇ ਸ੍ਰਿਸ਼ਟੀ ਦੇ ਮਾਲਕ ਹੈ ਤਾਂ ਫਿਰ ਮੈਨੂੰ ਉਹ ਪਾਰਸ ਜਿਹੜਾ ਹੈ ਆਪੇ ਹੀ ਦਿਖਾ ਦੇਣ। ਇਹ ਪਾਰਸ ਸਭ ਛੁਏ ਕੇ ਕਾਹਮ, ਕੰਚਨ ਕਰੀ ਬਨਾਵਨ ਤਾਹਮ। ਔਰ ਉਹ ਪਾਰਸ ਕਿਹੜਾ ਇਹਨਾਂ ਦੇ ਕੋਲੇ ਜਿਹੜਾ ਕਿਸੇ ਨੂੰ ਛੂ ਕੇ ਸਿਉਣਾ ਬਣਾ ਦੇਵੇ। ਪਤਾ ਦੇ ਮੋਰੇ ਤਬ ਆਵੇ, ਬਿਨ ਦੇਖੇ ਕਿਵ ਮਨ ਪਤੀ ਆਵੇ। ਮੈਨੂੰ ਬਣਾ ਕੇ ਵਿਖਾਉਣ ਫੇਰ ਮੰਨੂਗਾ। ਜੇ ਇਹਨਾਂ ਕੋਲੇ ਕੋਈ ਪਾਰਸ ਹੈ ਜਿਹਦੀ ਗੱਲ ਕਰਦੇ ਆ, ਮੈਂ ਫੇਰ ਮੰਨੂਗਾ। ਜੇ ਇਹਨਾਂ ਦੇ ਉਹਦੇ ਨਾਲ ਮੈਨੂੰ ਸੋਨਾ ਬਣਾ ਕੇ ਦਿਖਾ ਦਿੱਤਾ। ਇਹ ਆਦਿਕ ਗਿਣਤੀ ਬਹੁ ਕਰਕੇ, ਬੈਠ ਰਿਓ ਚਿਤ ਚਿੰਤਾ ਕਰਕੇ। ਇਸ ਤਰ੍ਹਾਂ ਚਿੱਤ ਵਿੱਚ ਚਿੰਤਾ ਧਾਰ ਕੇ ਬੈਠਾ ਹੈ ਤੇ ਜਾਨੀ ਜਾਨ ਇਹਦੇ ਹਿਰਦੇ ਨੂੰ ਪੜ ਰਹੇ ਨੇ ਵੀ ਕੀ ਸੋਚੀ ਜਾਂਦਾ। ਇਸ ਕੀ ਲੱਗ ਕੇ ਕਤ ਮਹਾਰਾਜਾ, ਸਿੱਖ ਕੋ ਪਰ ਮਿਟਾਵਨ ਕਾਜਾ। ਹੁਣ ਸਤਿਗੁਰੂ ਇਹਦੇ ਮਨ ਦਾ ਭਰਮ ਦੂਰ ਕਰਨ ਵਾਸਤੇ ਇਹਦੇ ਬਿਨਾ ਕਹੇ ਤੋਂ ਆਸਣ ਤੋਂ ਉੱਠੇ ਹਨ। ਕਰਨ ਪਿਛਾ ਉਠੀ ਚਲ ਗਏ, ਬੈਠ ਨਿਕਟੇ ਛੋਰਤ ਪਏ। ਥੋੜੀ ਦੂਰੀ ਤੇ ਪਾਤਸ਼ਾਹ ਬਾਥਰੂਮ ਕਰਨ ਚਲੇ ਗਏ। ਕਹਿੰਦੇ ਬੈਠੀ ਮੈਂ ਆਇਆ 1 ਮਿੰਟ। ਕਰ ਕਰੇ ਭਏ ਤਬ ਹੀਰੀ, ਤੈ ਸਿੱਖ ਕੋਲੇ ਆਖੇ ਨੇਰੀ। ਥੋੜੀ ਦੂਰੀ ਤੇ ਜਾ ਕੇ ਬਾਥਰੂਮ ਕੀਤਾ, ਫਿਰ ਉੱਠੇ
ਤੇ ਇਸੇ ਸਿੱਖ ਨੂੰ ਆਵਾਜ਼ ਮਾਰੀ, ਕਹਿੰਦੇ ਪਾਣੀ ਲੈ ਕੇ ਆ, ਹੱਥ ਸਾਫ਼ ਕਰਾ ਸਾਡੇ ਭਾਈ। ਆਨੋ ਜਲ ਕੋ ਹੱਥ ਪਕਾਰੈ, ਸੁਨ ਕਰ ਨੀ ਪਹੁੰਚਿਓ ਤਿਸ ਬਾਰੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇਹ ਪਾਣੀ ਦਾ ਬਰਤਨ ਲੈ ਗਏ ਆ ਹੱਥ ਸਾਫ਼ ਕਰਾਉਣ ਵਾਸਤੇ। ਉੱਥੇ ਖੜੇ ਆ ਜਿੱਥੇ ਉਹਨਾਂ ਨੇ ਜਾਣਾ ਸੀਗਾ ਬਾਥਰੂਮ, ਉੱਥੇ ਖੜਿਆਂ ਦੇ ਇਹਨੇ ਜਾ ਕਰਕੇ ਹੱਥ ਸਾਫ਼ ਕਰਾਏ ਹਨ। ਜਿਸ ਵੇਲੇ ਹੱਥਾਂ ਦੇ ਨਾਲ ਉਹ ਡੁੱਲਦਾ ਹੋਇਆ ਪਾਣੀ ਉਧਰ ਨੂੰ ਗਿਆ ਤੇ ਇਹ ਸਿੱਖ ਨੇ ਧਰਤੀ ਤੇ ਕੁਦਰਤੀ ਨਿਗਾਹ ਮਾਰੀ ਉਸ ਪਾਣੀ ਦੇ ਵੱਲ। ਔਰ ਜਿੱਥੋਂ ਤੱਕ ਉਹ ਪਾਣੀ ਜਾ ਰਿਹਾ ਨਾ, ਓਨੀ ਧਰਤੀ ਸੋਨੇ ਤੋਂ ਵੀ ਜ਼ਿਆਦਾ ਚਮਕ ਰਹੀ ਹੈ। ਸੋਨੇ ਤੋਂ ਕੀਮਤੀ ਵਸਤੂ ਹੋਰ ਵੀ ਹੈ, ਉਹ ਹੈ ਕੁੰਦਨ। ਜਦੋਂ ਸੋਨੇ ਨੂੰ ਸੁਨਿਆਰ 12 ਬੰਨੀਆਂ ਦਾ ਸ਼ੁੱਧ ਕਰ ਲੈਂਦੇ ਆ ਨਾ, ਉਹਨੂੰ ਕਹਿੰਦੇ ਆ ਕੁੰਦਨ। ਪੁਰਾਣੇ ਸਮਿਆਂ ਵਿੱਚ ਬੀਬੀ ਦੀਆਂ ਸੱਗੀਆਂ ਫੁੱਲੀਆਂ ਇੰਨੀਆਂ ਪਿਓਰ ਹੁੰਦੀਆਂ ਸੀਗੀਆਂ, ਰੂਹ ਦੀ ਤਿਆਈ ਕੋਮਲ ਹੁੰਦਾ ਉਹ ਸੋਨਾ। ਉਹਨੂੰ ਐ ਹੱਥ ਮਾਰੋ ਤੇ ਉਹ ਮੁੜ ਜਾਂਦਾ, ਵਿੰਗਾ ਹੋ ਜਾਂਦਾ। ਉਹਨੂੰ ਕੁੰਦਨ ਕਹਿੰਦੇ। ਉਹਦੇ 'ਚ ਭੋਰਾ ਵੀ ਖੋਟ ਤਾਂਬਾ ਚਾਂਦੀ ਆਦਿ ਨਹੀਂ ਹੁੰਦਾਗਾ। ਤਾਂ ਹੁਣ ਇਸ ਨੇ ਕੀ ਦੇਖਿਆ? ਇਹਨੇ ਫੁਰਨਾ ਬਣਾਇਆ ਸੀ, ਜੇ ਗੁਰੂ ਸਾਹਿਬ ਮੇਰੇ ਕਹਿਣ ਤੋਂ ਬਗੈਰ ਮੈਨੂੰ ਕਿਤੇ ਸੋਨਾ ਬਣਾ ਕੇ ਦਿਖਾ ਦੇਣ। ਤੇ ਜਿੱਥੇ ਪਾਤਸ਼ਾਹ ਨੇ ਐਦਾਂ ਕਰਕੇ ਹੱਥ ਸਾਫ਼ ਕੀਤੇ, ਪਾਣੀ ਵਗਿਆ ਨਾ, ਉਹ ਜਿੰਨੇ ਥਾਂ ਤੇ ਪਾਣੀ ਸੀਗਾ, ਉਹ ਪਾਣੀ ਵਾਲੀ ਜਗ੍ਹਾ ਇਸ ਨੂੰ ਉਹ ਸੋਨੇ ਦੀ ਤਰ੍ਹਾਂ, ਕੁੰਦਨ ਦੀ ਤਰ੍ਹਾਂ ਚਮਕਦੀ ਦਿਖਾਈ ਦਿੱਤੇ ਹੈ। ਤਸੱਲੀ ਕਰਨ ਲਈ ਸਮਾਰ ਕੇ ਨੇੜੇ ਹੋ ਕੇ ਦੇਖਣ ਲੱਗਿਆ। ਉਹਨੇ ਉਹ ਗਿੱਲੀ ਧਰਤੀ ਤੇ ਏਦਾਂ ਉਂਗਲ ਮਾਰ ਕੇ ਦੇਖੀ ਤੇ ਵਾਕਿਆ ਹੀ ਉਹ ਰੇਤਾ ਸਾਰਾ ਸੋਨਾ ਬਣ ਗਿਆ, ਸੋਨੇ ਦੀ ਤਰ੍ਹਾਂ ਚਮਕ ਰਿਹਾ ਹੈ। ਹੈਰਾਨ ਹੋ ਗਿਆ, ਯਾਰ ਇਹ ਤਾਂ ਵਾਕਿਆ ਹੀ, ਮੈਂ ਤਾਂ ਕਹਿਣਾ ਪੱਥਰ ਦੀ ਬੱਟੀ ਨਾਲ ਸੋਨਾ ਬਣਨਾ ਸੀ। ਪਾਤਸ਼ਾਹ ਦਾ ਜਿਹਦੇ ਏਦਾਂ ਹੱਥ ਧੋ ਦੇਣ ਤੇ ਹੱਥਾਂ ਦੇ ਵਿੱਚੋਂ ਸ਼ਕਤੀ ਡੁੱਲ ਕੇ ਜਿੱਥੇ ਡੁੱਲ ਜਾਵੇ ਸੋਨਾ ਬਣਾ ਦੇਵੇ। ਕੋ ਸਤਿਨਾਮ। ਕਿਰਪਾ ਦ੍ਰਿਸ਼ਟੀ ਦਾ ਹੱਥ ਸਿੱਖ ਦੇ ਮੱਥੇ ਤੇ ਟਿਕ ਜਾਵੇ, ਸਿਰ ਤੇ ਟਿਕ ਜਾਵੇ ਤੇ ਸਿੱਖ ਨੂੰ ਸੋਨਾ ਬਣਾ ਦੇਵੇ। ਇਹ ਦੇਹ ਸੋ ਕੰਚਨ ਚੰਗੜੀਆ, ਘੋੜੀਆਂ ਸ਼ਬਦ ਹੈ ਬਾਣੀ ਦੇ ਵਿੱਚ, ਉਹਦੇ ਵਿੱਚ ਇਹ ਬਚਨ ਲਿਖੇ ਹੈ। ਜੇ ਗੁਰੂ ਦਾ ਕਿਰਪਾ ਭਰਿਆ ਹੱਥ ਸਿੱਖ ਦੇ ਸਿਰ ਤੇ ਟਿਕ ਜਾਵੇ ਤਾਂ ਇਹਨੂੰ ਲੋਹੇ ਤੋਂ ਸੋਨਾ ਬਣਾ ਦੇਵੇ। ਮਤਲਬ ਮਾੜੇ ਜੀਵਨ ਤੋਂ ਬਦਲ ਕੇ ਚੰਗਾ ਜੀਵਨ ਬਣਾ ਦੇਵੇ। ਕਹੋ ਸਤਿਨਾਮ। ਸੋਨੇ ਨਾਲੋਂ ਸਾਡਾ ਜੀਵਨ ਚੰਗਾ ਹੋਣਾ ਚਾਹੀਦਾ, ਧਾਤਾਂ ਤਾਂ ਇੱਥੇ ਰਹਿ ਜਾਣੀਆਂ। ਤੋ ਸੋਨੇ ਵਰਗਾ ਜੀਵਨ ਮਨੁੱਖ ਦਾ ਬਣ ਜਾਵੇ। ਇਹ ਦੇਹ ਸੋ ਕੰਚਨ ਚੰਗੜੀਆ, ਘੋੜੀਆਂ ਸ਼ਬਦ ਹੈ ਗੁਰਬਾਣੀ ਦੇ ਵਿੱਚ। ਤਾਂ ਇਹ ਹੈਰਾਨ ਹੋ ਗਿਆ, ਵਾਕਿਆ ਹੀ ਯਾਰ, ਮੈਂ ਤਾਂ ਕਹਿੰਦਾ ਸੀ ਇਹਨਾਂ ਕੋਲੇ ਕੋ ਪਾਰ ਸੋਨਾ, ਪਰ ਇਹਨਾਂ ਤੇ ਹੱਥ ਧੋ ਕੇ ਪਾਣੀ ਡੋਲਿਆ, ਉਹ ਪਾਣੀ ਦੇ ਨਾਲ ਹੀ ਸੋਨਾ ਬਣਾ ਦਿੱਤਾ ਹੈ। ਪਰ ਫੇਰ ਵੀ ਇਹਨੂੰ ਤਸੱਲੀ ਨਹੀਂ ਹੋਈ, ਹਜੇ ਤੱਕ ਇਹਦੀ ਚਿੰਤਾ ਨਿਕਲੀ ਨਹੀਂ। ਇਹ ਸੋਚ ਰਿਹਾ ਕਿ ਮੈਂ ਉਹ ਪਾਰਸ ਦੀ ਵੱਟੀ ਕਿਉਂ ਦਿੱਤੀ, ਜੇ ਗੁਰੂ ਨੇ ਆਈ ਗਵਾ ਦੇਣੀ ਸੀ। ਇਹਦੇ ਮਨ ਚੋਂ ਹਜੇ ਚਿੰਤਾ ਗਿਣਤੀ ਨਿਕਲੀ ਨਹੀਂ। ਬਾਦਸ਼ਾਹ ਨੇ ਵੇਖਿਆ ਵੀ ਹਜੇ ਵੀ ਇਹਦਾ ਚਿਹਰਾ ਚਮਕਿਆ ਨਹੀਂ। ਦੇਖ ਕੇ ਉਸ ਚੀਜ਼ ਨੂੰ ਇਹਦੀ ਚਿੰਤਾ ਦੂਰ ਕਰਨ ਲਈ ਕਹਿੰਦੇ, ਹਜੇ ਤੇਰਾ ਚਿੱਤ ਠੀਕ ਨਹੀਂ ਹੋਇਆ, ਤੂੰ ਲੈਣੀ ਹੈ ਪਾਰਸ ਦੀ ਵੱਟੀ ਤਾਂ ਜਾ ਵੜ ਨਦੀ ਦੇ ਵਿੱਚ। ਜਾਓ ਲਿਆ ਚੱਕ ਕੇ ਨਦੀ ਦੇ ਵਿੱਚ ਵੜ ਜਾ, ਆਪਦੇ ਕੋਲੇ ਰੱਖ ਲਈ। ਔਰ ਸ਼ਰਮ ਦਾ ਮਾਰਿਆ ਫਿਰ ਉੱਠ ਨਹੀਂ ਸਕਿਆ, ਬੈਠਾ ਹੀ ਰਿਹਾ। ਉਹ ਵਗ ਜਾ ਭਾਈ, ਤੂੰ ਬੈਠਾ ਹੀ ਆ, ਤੈਨੂੰ ਕਿਹਾ ਜਾ ਕੱਢ ਲਿਆ, ਨਦੀ ਦੇ ਵਿੱਚ ਹੀ ਪਿਆ। ਬਾਦਸ਼ਾਹ ਨੇ ਫੇਰ ਕਿਹਾ, ਜਾ ਤਾਂ ਸਹੀ, ਮੈਂ ਝੂਠ ਨਹੀਂ ਕਹਿੰਦਾ, ਜਾ ਨਦੀ ਚ ਵੜ, ਜਿੰਨੇ ਮਰਜੀ ਪਾਰਸ ਕੱਢ ਲਿਆ। ਫਿਰ ਬੈਠੇ ਬੈਠੇ ਨੇ ਇਸ ਨੇ ਉੱਠ ਕੇ ਜਾਣਾ ਕੀਤਾ।
ਨੀਠ ਨੀਠ ਹੌਲੀ ਹੌਲੀ ਉੱਠ ਕੇ ਚਲਿਆ ਗਿਆ ਪਾਤਸ਼ਾਹ ਤੀਜੀ ਵਾਰ ਕਹਿਣ ਤੇ। ਇਹਨੇ ਜਿਵੇਂ ਟੁਬਕੀ ਲਾਉਂਦੇ ਆ ਨੱਕ ਨੂੰ ਫੜ ਕੇ, ਇਹਨੇ ਟੁੱਬੀ ਲਾਈ ਆ। ਪਾਰਸ ਸੰਜੇ ਗੰਜ ਕਨੇਰੇ ਜਬਰ ਜਬਾਰ ਜੋਤ ਬਡੇਰੇ। ਜਦ ਵਿੱਚ ਨਦੀ ਲਾਈ ਤੇ ਉੱਥੇ ਉਹੋ ਜੀਆਂ ਨਿਰੀਆਂ ਪਾਰਸ ਦੀਆਂ ਬੱਟੀਆਂ ਪਈਆਂ, ਹੀਰੇ ਜਵਾਹਰਾਤ ਪਏ ਹਨ। ਪਰਨ ਪਰਨ ਕੀ ਮਨ ਗੜ ਜਾਹਾ ਪਿਕਤ ਸਿੱਖ ਬਿਸਮਿਓ ਮਨ ਮਾ। ਵਰਨ ਬਰਨ ਰੰਗ ਬਰੰਗੇ, ਇਹ 9 ਰਤਨ ਜਿਹੜੇ ਇਹਨਾਂ ਦੇ ਰੰਗ ਅਲੱਗ ਅਲੱਗ ਹੈ, ਨੀਲ ਮਗੋਵੇਦ, ਪੀਲਾ, ਕੋਈ ਚਿੱਟਾ, ਕੋਈ ਹਰਾ, ਇਦਾਂ ਇਦਾਂ ਦੇ ਤੋ ਰੰਗ ਬਰੰਗੇ ਅਨੇਕਾਂ ਤਰ੍ਹਾਂ ਦੇ ਵਿੱਚ ਰਤਨ ਪਏ ਹਨ। ਇਹ ਵੇਖ ਕਰਕੇ ਬੜਾ ਹੈਰਾਨ ਹੋਇਆ। ਜਿੱਥੇ ਬੇਸ਼ਕੀਮਤੀ ਹੀਰੇ ਜਵਾਹਰਾਤ, ਚਿੱਟੇ ਮੋਤੀ, ਗੋਲ ਬਹੁਤ ਪਏ ਹਨ। ਸੋਨੇ ਨਾ ਦੇਖੇ ਅਜਬ ਜਵਾਰਾ ਵਿਦਤ ਜੋਤ ਜਨੋ ਕੇ ਜਾਰਾ। ਉਸ ਪਾਣੀ ਦੇ ਵਿੱਚ ਪਏ ਵੀ ਉਹ ਚਮਕ ਰਹੇ ਹਨ। ਹੈਰਾਨ ਹੋ ਗਿਆ ਜਿਨ੍ਹਾਂ ਦੇ ਬਾਰੇ ਉਹਨੇ ਕਦੇ ਸੁਣਿਆ ਸੀ, ਅੱਜ ਸਤਿਗੁਰ ਨੇ ਦਿਖਾ ਦਿੱਤੇ। ਨੌ ਨਿਧੀਆਂ 18 ਸਿੱਧੀਆਂ ਦਾ ਖਜ਼ਾਨਾ ਪਾਤਸ਼ਾਹ ਜੀ ਨੇ ਇਹ ਸਿੱਖ ਨੂੰ ਨਦੀ ਵਿੱਚ ਦਿਖਾਉਣਾ ਕੀਤਾ ਹੈ। ਹੁਣ ਤਸੱਲੀ ਹੋ ਗਈ ਵੀ ਇੱਥੇ ਮਾਇਆ ਦਾ ਤੋੜਾ ਤਈ, ਇਹ ਤਾਂ ਗੁਰੂ ਦਾ ਕੌਤਕ ਹੈ। ਕੋਈ ਸਿੰਘਾਂ ਨੂੰ ਭੁੱਖੇ ਰੱਖਣਾ, ਕੋਈ ਸਤਨਾਮ, ਇਹ ਤਾਂ ਸਤਿਗੁਰੂ ਸਿੰਘਾਂ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਰਹੇ ਹੈ, ਤਕੜੇ ਕਰ ਰਹੇ ਹਨ ਕਿ ਕਿਤੇ ਪ੍ਰਸ਼ਾਦਾ ਨਾ ਵੀ ਮਿਲੇ ਤੇ ਤਾਂ ਵੀ ਇਹ ਕੰਮ ਚਲਾ ਲੈਣ। ਐਸਾ ਸਮਾਂ ਵੀ ਆ ਜਾਵੇ ਤਾਂ ਵੀ ਡੋਲੇ ਨਾ ਮੇਰਾ ਸਿੰਘ। ਇਸ ਕਰਕੇ ਇਹਨੇ ਜਦ ਇਹ ਪਰਚਾ ਪਾਇਆ, ਭਾਵ ਜਦ ਤਸੱਲੀ ਹੋ ਗਈ ਤੇ ਬਾਹਰ ਆ ਗਿਆ। ਔਰ ਆ ਕੇ ਪੈਰਾਂ 'ਚ ਪੈ ਗਿਆ, ਚਰਨ ਫੜ ਕੇ ਕਹਿਣ ਲੱਗਿਆ ਜੀ ਬਖਸ਼ ਲਓ, ਮੈਨੂੰ ਨਹੀਂ ਪਤਾ ਸੀ। ਮੈਂ ਅਣਜਾਣ ਆ, ਤੁਹਾਡੀ ਮਹਿਮਾ ਦਾ ਇੰਨੀ ਦਾ ਪਤਾ ਨਹੀਂ ਸੀ। ਅੱਜ ਪਤਾ ਲੱਗਿਆ ਜਦੋਂ ਤੁਸੀਂ ਦਇਆ ਕਰਕੇ ਮੈਨੂੰ ਆਪਣੇ ਬਾਰੇ ਆਪ ਜਨਾਉਣਾ ਕੀਤਾ। ਵਾਕਿਆ ਜਿਸੈ ਜਨਾਏ ਸੋ ਜਨ ਜਾਣੈ, ਨਾਨਕ ਹਰ ਗੁਣ ਆਖ ਵਖਾਣੈ। ਹੁਣ ਇਹ ਗੁਰੂ ਸਾਹਿਬ ਦੇ ਗੁਣ ਗਾਉਂਦਾ ਮਹਾਰਾਜ, ਤੁਹਾਡਾ ਵੀ ਭੇਦ ਨਹੀਂ ਹੈ, ਕਮਲਾ ਪਤ ਕਵਲਾ ਨਹੀਂ ਜਾਣਾ। ਲక్ష్ਮੀ ਨੇ ਜਿਵੇਂ ਨਰੈਣ ਦਾ ਭੇਤ ਨਹੀਂ ਪਾਇਆ, ਉਸੇ ਤਰ੍ਹਾਂ ਅਸੀਂ ਸਾਰੇ ਲక్ష్ਮੀ ਆ ਤੇ ਗੁਰੂ ਪਰਮੇਸ਼ਰ ਹੈ। ਕਹੋ ਸਤਨਾਮ। ਫਿਰ ਅਸੀਂ ਲక్ష్ਮੀ ਭਾਵ ਮਾਇਆ, ਲక్ష్ਮੀ ਕੇਵਲ ਇਸਤਰੀ ਨਹੀਂ ਹੈ, ਭਾਵ ਮਾਇਆ ਨੇ ਆਪਣੇ ਮਾਲਕ ਨਰੈਣ ਦੇ ਬਾਰੇ ਪੂਰਾ ਨਹੀਂ ਜਾਣਿਆ। ਹਜੇ ਇਕੱਠੇ ਰਹਿੰਦੇ ਆ ਪਰ ਉਹਦਾ ਅੰਤ ਨਹੀਂ ਪਾ ਸਕੀ। ਤੋ ਆਪਾਂ ਸਾਰੇ ਮਾਇਆ ਹਾਂ, ਗੁਰੂ ਪਰਮੇਸ਼ਰ ਹੈ। ਮਹਾਰਾਜ ਅਸੀਂ ਤੁਹਾਡਾ ਭੇਤ ਨਹੀਂ ਪਾਇਆ। ਤੁਹਾਡੇ ਤਾਂ ਚਰਨਾਂ ਦੀ ਧੂੜੀ ਵਿੱਚ ਕਰੋੜਾਂ ਕਲਪ ਵਿਰਸ਼, ਕਰੋੜਾਂ ਕਾਮ ਥੇਨ ਗਊਆਂ ਤੇ ਕਰੋੜਾਂ ਹੀ ਪਾਰਸ ਦੀਆਂ ਵੱਟੀਆਂ ਤੁਹਾਡੇ ਚਰਨਾਂ ਵਿੱਚ ਹਨ। ਮੈਂ ਮੂਰਖ ਇੱਕ ਪੱਥਰੀ ਚੱਕ ਕੇ, ਪਾਰਸ ਦੀ ਵੱਟੀ ਚੱਕ ਕੇ ਪੱਥਰ ਦੀ ਤੇ ਪੰਸਾਰੀ ਬਣਿਆ ਫਿਰਦਾ ਸੀ। ਇਹ ਨਹੀਂ ਪਤਾ ਕਿ ਪੰਸਾਰੀਆਂ ਦੇ ਪੰਸਾਰੀ ਨਾਲ ਮੱਥਾ ਲੱਗ ਗਿਆ ਆ ਜਾ ਕੇ। ਕਹੋ ਸਤਨਾਮ। ਜਿਵੇਂ ਕਹਿੰਦੇ ਆ ਨਾ, ਚੂਹੇ ਨੂੰ ਹਲਦੀ ਦੀ ਗੰਢੀ ਲੱਭ ਜਾਵੇ ਤੇ ਮੈਂ ਪੰਸਾਰੀ ਵਾਲੀ ਹਾਲਤ ਹੋ ਗਈ ਸੀ। ਕਹਿੰਦਾ ਮੈਨੂੰ ਮੂਰਖ ਨੂੰ ਕੀ ਪਤਾ ਸੀ ਮਹਾਰਾਜ, ਤੁਸੀਂ ਤਾਂ ਇੰਨੇ ਸ੍ਰਿਸ਼ਟੀਆਂ ਦੇ ਮਾਲਕ, ਸਭ ਕੁਝ ਤੁਹਾਡੇ ਕੋਲ ਹੈ। ਮੈਨੂੰ ਮੂਰਖ ਨੂੰ ਹੰਕਾਰ ਹੋ ਗਿਆ ਸੀ। ਮਹਾਰਾਜ ਵਾਹ, ਤੁਸੀਂ ਤਾਂ ਦੁਨੀਆ ਦੇ ਦਾਤੇ ਹੋਏ, ਦੁਨੀਆ ਤੁਹਾਡੀ ਮੰਗਤੀ ਹੈ ਤੁਹਾਡੇ ਦਰ ਤੇ। ਪਾਰ ਬ੍ਰਹਮ ਕੀ ਦੇਹ ਮੋ ਕੋਟ ਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ਼। ਪਰਮੇਸ਼ਰ ਦੀ ਦੇਹ ਵਿੱਚ ਤੁਸੀਂ ਤਾਂ ਇੱਕ ਰਾਮ ਨੂੰ ਜਾਣਦੇ ਹੋਵੋਗੇ, ਇੱਕ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਜਾਣਦੇ ਹੋਵੋਗੇ, ਪਰ ਪਰਮੇਸ਼ਰ ਦੇ ਸਰੂਪ ਵਿੱਚ, ਪਰਮੇਸ਼ਰ ਦੀ ਦੇਹ ਵਿੱਚ ਐਸੇ ਕਰੋੜਾਂ ਹੀ ਹੈ। ਹੁਣ ਪਰਮੇਸ਼ਰ ਦੀ ਦੇਹ ਕਿਹੜੀ ਆ ਭਲਾ? ਸਾਰੀ ਸ੍ਰਿਸ਼ਟੀ ਪਰਮੇਸ਼ਰ ਦਾ ਬਣਾਇਆ ਸਰੂਪ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ, ਕੀਮਤ ਨਹੀਂ ਪਾਏ। ਇਹ ਸਾਰੀ ਜਿੰਨੀ ਵੀ ਕੁਦਰਤ ਨਾ, ਇਹ ਵਿਰਾਟ ਸਰੂਪ ਹੈ ਪਰਮੇਸ਼ਰ ਦਾ। ਇਹਦੇ ਵਿੱਚ ਤੁਸੀਂ ਸਾਰੇ ਬ੍ਰਹਮਾ ਵਿਸ਼ਨੂੰ ਮਹੇਸ਼ ਹੋ।
कि तुहाडे तो अगे तुहाडे बच्चे नहीं पैदा होए? तो ब्रह्मा का काम की है? बच्चे पैदा करना, मनुख दे शरीर बनाउणा। विष्णु का काम की है? पालना। कि तुसी अपने परिवारों की पालना पोषणा नहीं करते, तो तुहाडे विच ही विष्णु है, तुहाडे विच ही शिव है, ब्रह्मा है, विष्णु है, महेश है। जे नहीं तसली तो बाणी चो वेख लो। इस काया अंदर सब किश वसै, खंड मंडल पैताला। इस काया अंदर ब्रह्मा विश वसै, जो सब ना करे प्रतिपाला। जिन्हां दियां ड्यूटियां गाहां परमेश्वर ने लाइया, ये आपां ही सारे अपने विच ही है सब कुछ। जो ब्रह्मंडे सोई पिंडे, जो खोजै सो पावै। पीपा प्रणवै परम तत्त है, सतगुर होए लखावै। कायो देवा कायो देवल, कायो जंगम जाति। काया धूप दीप नहीं बेदा, काया पूजो पाती। काया बहु खंड खोजते नव निध पाई। ना किछ आए वो ना किछ जाए वो, राम की दुहाई। जो ब्रह्मंडे सोई पिंडे, जो खोजै सो पावै। पीपा प्रणवै परम तत्त है, सतगुर होए लखावै। कहंदा जी मैं मूर्ख सीगा, हुण पता लग्या। मैं पारस की वट्टी भेटा करके सोचिया कि मैं गुरु घर का बहुत बड़ा काम सारता। असीं तां तेरे दर दे मंगते तुसीं तां हथ धोता ती, वो मिट्टी सोना बन गई जिथे हाथ धो के आए हो। तुसीं तां मुख चो थुकदे हो, धरती ते डिगदे हो, मिट्टी पारस बन जावे, सोना बन जावे। तुसीं चाहो तां अपने देश नूं नौ निधियां दास नूं खजाने दे दिओ, चाहो तां इंद्र दा तख्त खो के सिख नूं दे दिओ। प्रीतम दा वचन है, कीड़ा थाप दे पातशाही, लश्कर करे सवा। जे चाहे तो किसी कीड़े नमाणे बंदे नूं राजा बना सकदा है। पहला राजे हुंदे सी, अज मंत्री प्रधान मंत्री है, पता नहीं कदों किहदी वारी ला देवे, ला भी तू बह जा हुण गद्दी ते। कहो सतनाम। कीड़ा थाप दे पातशाही, लश्कर करे सवा। ये तेरे च ताकत है, तू किसी गरीब नूं राजा बना देवें ते राजियां नूं भखारी बना देवें। सकल कला समर्थ सुख दाता, अब कुछ भी आप को जाता। बख्श लो महाराज, पहला नहीं सी पता, हुण समझ आई। ओ नहीं नहीं सिखा, असीं तां तेरा भरम दूर करना चाहया, क्योंकि गुरु ऐसा ही चाहिदा है जिहड़ा सिख दे मन विच जरा जिन्ना भी भरम भुलेखा शंका रह ना देवे। गुरु ऐसा चाहिए, सिख कोई सवाल पूछे तो गुरु ओदा हल करे, बल्कि दसन तो पहला ही हल करे। तो फिर ऐसा गुरु तो गुरु गोबिंद सिंह है। गुरु की जो लोड़ होवे, गुरु भी ऐसा होवे जैसे माता गुजरी दे लाल जी। इस करके सतगुरु जदों भी सिख दे अंदर कोई वकार आउंदा ना, जे सिख का गुरु नाल प्यार है तो गुरु तुरंत तो सिख नूं संभालदा, जिवें भाई जोगे नूं संभालिया। को सतनाम। जोगे नाल माड़ा जिहा बचन होया सी बचपन विच, जो माता पिता छड्डण आए, कहने जी बच्चा तुहाडे कोल रह के पढ़ाई कर लूगा। कहंदे ठीक है छड्ड जाओ। की हाल है पुत, की ना तेरा? जी जोगा। किहदे जोगा? जी सोडे जोगा। पता सी रहूँगा इत्थे। जी सोडे जोगा, चंगा फिर तू मेरे जोगा तो मैं तेरे जोगा। को सतनाम। ऐसे बचपन दे विच बचन होए, तो जब जवानी विच आया तो माँ प्यो कहते जी इसकी शादी कर दीए, फिर दोने बच्चे आके इत्थे सेवा कर लैणगे। कहते लै जाओ, तो साखी तुसीं जाणदे हो। तो फिर वो जोगा जिहड़ा बड़े मान दे नाल दो लावां विचाले छड्ड के, घर वाली छड्ड के तुर पिया सीगा। गुरु ते मान सीगा, पर वो मान अगे आउंदा आउंदा हंकार च कन्वर्ट हो गया। को सतनाम। मेरे वर्गा किहड़ा सिख है जिहड़ा गुरु दे एक बचन ते घर वाली नूं दो लावां लैके छड्डिया वे। बस ओह ही हंकार आया, हंकार दे पिछे दूजी फौज आ जाती है। हौ मैं दीर्घ रोग है, हंकार इन्हां दा राजा है। और पिछे काम वासना आ गई। हुशियारपुर दे विच खड़िया, रात कट्टी, सरां दे विच घोड़ा बनिया, प्रशादा पानी छकिया, शहर करन निकल गया बाजार च। वो कुदरती बेसवावां दी गली च वड़ गया। को सतनाम। हंकार तो आ गया, दिमाग ते पड़दा पाता, काम वासना भी आ गई। बेसवा नूं देख के चवारे वाल तुर पिया। तुरंत पातशाह जी पहरेदार का रूप धार के जा खड़े। किधर चले आ भाई? ऊपर जाना। चल चल, इत्थे तेरा कोई काम नहीं हैगा। लड़ पिया पहरेदार।
ਮੁੜ ਆਇਆ। ਪਰ ਮਨ ਬੜਾ ਢੀਠ ਹੈ, ਦਿਮਾਗ ਤੇ ਪੜਦਾ ਪੈ ਗਿਆ ਕਿ ਮੈਂ ਚੱਲਿਆ ਕਿਵੇਂ ਸੀ ਤੇ ਫਸਿਆ ਕਿੱਥੇ ਆ। ਚਾਲੇ ਥੇ ਹਰ ਮਿਲਨ ਕੋ ਵਿੱਚੇ ਅਟਕਿਓ ਚੀਤ, ਕੋ ਸਤਨਾਮ। ਨਾ ਜੀ ਲੱਗਿਆ ਸਰਾਂ ਦੇ ਵਿੱਚ। 12 ਵਜੇ ਫਿਰ ਉੱਠ ਕੇ ਤੁਰ ਪਿਆ ਵੀ ਹੁਣ ਤਾਂ ਵਾਗਿਆ ਹੋਣਾ, ਕਿਸੇ ਅਮੀਰ ਦਾ ਪਹਿਰੇਦਾਰ ਹੋਊਗਾ ਉਹ। ਫੇਰ ਗਿਆ ਤੇ ਫੇਰ ਗਿਆ ਉਸੇ ਪੌੜੀ ਕੋਲੇ। ਪਹਿਰੇਦਾਰ ਫਿਰ ਕਹਿੰਦਾ ਉਹ ਤੂੰ ਕਿੱਧਰ ਚੱਲਿਆ? ਮੈਂ ਉੱਤੇ ਜਾਣ। ਚੱਲ ਪਾ ਜਾ ਤੂੰ। ਕਮਾਲ ਹੋ ਗਈ ਯਾਰ। ਦੂਜੀ ਤੀਜੀ ਵਾਰ ਤੜਕੇ 3 ਵਜੇ 3:30 4 ਵਜੇ ਫੇਰ ਪਹੁੰਚ ਗਿਆ ਵੀ ਹੁਣ ਤਾਂ ਵਾਗੇ ਹੋਣਗੇ ਸਾਰੇ। ਪਹਿਰੇਦਾਰ ਫੇਰ ਖੜਾ। ਉਹ ਕਹਿੰਦਾ ਵੀ ਤੂੰ ਯਾਰ ਕੌਣ ਹੈ? ਮੈਨੂੰ ਤੇਰੀ ਪੱਗ ਬੰਨੀ ਹੈ, ਸੋਹਣਾ ਸਿੱਖ ਲੱਗਦਾ। ਉਹ ਸਿੱਖ ਤਾਂ ਇਸ ਵੇਲੇ ਬਾਣੀ ਪੜ੍ਹਦੇ ਆ, ਤੂੰ ਕਿੱਧਰ ਚੱਲਿਆ? ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਕਾਮ ਕ੍ਰੋਧ ਹੋਰੀ ਭੱਜ ਗਏ ਅੰਦਰੋਂ। ਵਿਕਾਰਾਂ ਨੂੰ ਵੀ ਪਤਾ ਲੱਗਿਆ ਵੀ ਇਹਨੂੰ ਯਾਦ ਕਰਾਤਾ। ਬਸ ਐਨ ਮੌਕੇ ਤੇ ਸ਼ਬਦ ਯਾਦ ਕਰਾ ਦੇਵੇ ਸਾਨੂੰ ਤੇ ਗੁਰੂ ਬਚਾ ਲੈਂਦਾ ਸ਼ਬਦ ਦੇ ਰਾਹੀਂ। ਕਹੋ ਸਤਨਾਮ। ਬੜਾ ਸ਼ਰਮਸ਼ਾਰ ਹੋਇਆ, ਯਾਦ ਆਇਆ ਵੀ ਉਹ ਵਾਹਿਗੁਰੂ ਵਾਹਿਗੁਰੂ, ਆਹ ਤਾਂ ਕੰਮ ਹੀ ਖਰਾਬ ਹੋ ਗਿਆ ਸੀਗਾ। ਸ਼ੁਕਰ ਹੈ ਪਹਿਰੇਦਾਰ ਦਾ, ਜਿਹਨੇ ਮੈਨੂੰ ਗਾਹਾਂ ਨਹੀਂ ਜਾਣ ਦਿੱਤਾ। ਇਹ ਨਹੀਂ ਪਤਾ ਵੀ ਪਹਿਰੇਦਾਰ ਖੁਦ ਆ ਕੇ ਖੜਾ ਹੈ। ਕਹੋ ਸਤਨਾਮ ਸ੍ਰੀ। ਵਾਪਸ ਆਇਆ, ਸਰਾਂ ਦਾ ਕਮਰਾ ਸੰਭਾਇਆ, ਘੋੜੀ ਖੋਲੀ, ਚੱਲ ਪਿਆ। ਹੁਣ ਪਛਤਾਉਂਦਾ ਆਉਂਦਾ, ਜਿਹੜਾ ਪਿੱਛੇ ਕਹਿੰਦਾ ਸੀਗਾ ਮੇਰੇ ਵਰਗਾ ਕਿਹੜਾ ਸਿੱਖ ਹੈ ਘਰ ਵੱਲ ਨੂੰ ਵਿਚਾਲੇ ਛੱਡ ਕੇ ਆ ਜੇ। ਹੁਣ ਕਹਿੰਦਾ ਲਾਹਨਤਾਂ ਪਾਉਂਦਾ ਨਾ, ਓਏ ਜੋਗਿਆ ਤੂੰ ਕਿੱਧਰ ਚੱਲਿਆ ਸੀਗਾ? ਗੁਰੂ ਦਾ ਸਿੱਖ ਹੋ। ਤੇ ਜਦ ਪਹੁੰਚਿਆ ਦੀਵਾਨ 'ਚ, ਦੀਵਾਨ ਸਜਿਆ, ਸੰਗਤਾਂ ਨਮਸਕਾਰਾਂ ਕਰ ਰਹੀਆਂ, ਪਾਤਸ਼ਾਹ ਬੈਠੇ ਆ, ਟੂਲੇ ਲੈਣ ਲੱਗੇ ਜੋਗੇ ਨੂੰ ਵੇਖ ਕੇ। ਕਹੋ ਸਤਨਾਮ। ਤੇ ਜਿਹੜੇ ਸਾਹਮਣੇ ਬੈਠੇ ਸੀ ਉਹ ਕਹਿੰਦੇ ਮਹਾਰਾਜ ਕੀ ਗੱਲ, ਰਾਤ ਨੀਂਦ ਨਹੀਂ ਆਈ? ਐਨੇ ਜੋਗਾ ਨੇੜੇ ਆ ਗਿਆ। ਕਹਿੰਦੇ ਕਾਹਦੀ ਨੀਂਦ ਭਾਈ, ਆ ਜੋਗਾ ਸਾਰੀ ਰਾਤ ਹੀ ਤੋਰੀ ਫਿਰਿਆ। ਜੋਗੇ ਨੂੰ ਵੀ ਪਤਾ ਲੱਗਿਆ ਵੀ ਪਹਿਰੇਦਾਰ ਕੋਈ ਹੋ ਨਹੀਂ, ਗੁਰੂ ਸਾਹਿਬ ਗਏ ਆ। ਤੇ ਬਸ ਤਾਂ ਫਿਰ ਤਾਂ ਪੈਰਾਂ 'ਚ ਲਿਟ ਗਿਆ, ਉੱਚੀ ਉੱਚੀ ਡਾਂਡਾ ਮਾਰ ਕੇ ਰੋਇਆ। ਤੇ ਪਾਤਸ਼ਾਹ ਕਹਿੰਦੇ ਰੋਲਾ, ਸਾਰਾ ਪਾਪ ਧੋਲਾ ਜਿਹੜਾ ਤੇਰੇ ਦਿਮਾਗ 'ਚ ਗਲਤ ਫੁਰਨਾ ਆਇਆ ਉੱਥੇ। ਕਹੋ ਸਤਨਾਮ। ਵਾਹਵਾ ਚਿਰ ਕਹਿੰਦੇ ਰੋਇਆ। ਤੇ ਫਿਰ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਉਹਨੂੰ ਖੜਾ ਕੀਤਾ। ਉੱਠ, ਖੜਾ ਹੋ। ਮਹਾਰਾਜ ਅੱਜ ਤਾਂ ਤੁਸੀਂ ਮੈਨੂੰ ਕੱਢ ਲਿਆਂਦਾ। ਕਾਹਦਾ ਕੱਢ ਲਿਆਂਦਾ? ਆਪਣੇ ਬਚਨ ਹੋਏ ਸੀਗੇ, ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ। ਮੈਂ ਚਿੱਠੀ ਭੇਜ ਕੇ ਤੈਨੂੰ ਲਾਵਾਂ 'ਚ ਉਠਾਇਆ ਤੇ ਤੂੰ ਮੈਨੂੰ ਕਿੱਥੇ ਆ ਕੇ ਪਰਖਿਆ ਪਤੰਦਰ। ਚੱਲ ਕੋਈ ਗੱਲ ਨਹੀਂ, ਬਚ ਗਿਆ। ਇਉਂ ਗੁਰੂ ਆਪਣੇ ਸਿੱਖ ਨੂੰ ਸਮੇਂ ਤੇ ਬਚਾਉਂਦਾ ਹੈ। ਕਹਿਣ ਲੱਗਿਆ ਇਮ ਸਿੱਖਿਆ ਸੁਨ ਸੁਨ ਕਰ ਗੀਤਾ ਰਖੁਨ ਸਮਝਾਇਓ, ਤੇਰੀ ਉਲਕੋ ਭਰਮ ਮਿਟਾਇਓ। ਓਏ ਭਲਿਆ, ਇਹ ਤਾਂ ਤੇਰੇ ਹਿਰਦੇ ਦਾ ਭਰਮ ਕੱਢਣ ਵਾਸਤੇ ਸਾਨੂੰ ਇੰਨਾ ਕੁ ਕਰਨਾ ਪਿਆ। ਇੱਥੇ ਮਾਇਆ ਦਾ ਤੋੜਾ ਨਹੀਂ। ਥੱਲੇ ਆਗੇ ਸਿੱਖਿਆ ਬਿਰੜਮ ਧਰੀਐ, ਮਹਾਂਪੁਰਖ ਕੇ ਨਿਕਟ ਸਿਧਰੀਐ। ਗਾਹਾਂ ਨੂੰ ਸੁਣ ਲਾ ਤੇ ਆਪਾਂ ਵੀ ਸੁਣ ਲਓ ਸਾਰੇ। ਕਹੋ ਸਤ। ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ, ਸਗਲ ਜਹਾਨੇ ਗਾਹਾਂ ਨੂੰ ਸੁਣ ਲੈ। ਜੇ ਕਿਸੇ ਮਹਾਂਪੁਰਸ਼ ਦੇ ਕੋਲ ਜਾਈਏ, ਔਰ ਮੈਂ ਧਰੋ ਨਾ ਗਰਭ ਬੜਾਈ, ਸਾਬਿਤ ਨਿਜ ਮੈਂ ਲੱਖ ਲਗੁਤਾਈ। ਆਪਣੇ ਆਪ ਨੂੰ ਹਰ ਪੱਖ ਤੋਂ ਛੋਟਾ ਜਿਹਾ ਸਮਝੋ। ਮਹਾਂਪੁਰਸ਼ ਕੋਲੇ ਜਾ ਕੇ ਕਦੇ ਹੰਕਾਰ ਨਾ ਕਰੋ। ਆਦ ਤੁਰਕ ਪਤੇ ਅਪਰ ਨਰੇਸ਼ਾ, ਲਾਖੋ ਲਕੇ ਜੇ ਸ਼ਤਰੂ ਅਸ਼ੀਸ਼ਾ। ਓਏ ਅਸੀਂ ਤਾਂ ਤੁਰਕ ਬਾਦਸ਼ਾਹ ਰਾਜੇ ਲੱਖਾਂ ਦੀ ਗਿਣਤੀ ਜਿਹੜੇ ਸਾਨੂੰ ਪੂਰਨ ਬੈਰੀ ਸਮਝਦੇ ਹਨ। ਇੱਕ ਬਾਣ ਕੀ ਮਾਰ ਨਾ ਸੋਈ, ਕਰੋ ਪਸਮਾ ਸਕਰੋ ਜਗ ਜੋਈ। ਓਏ ਤਾਂ ਇੱਕ ਤੀਰ ਦੀ ਮਾਰ ਹੈ। ਵੈਸੇ ਮੈਂ ਸ਼ੌਂਕ ਦੇ ਨਾਲ ਹੀ ਬੈਠਾ, ਹਜੇ ਵੀ ਇਹਨਾਂ ਨੂੰ ਖੇਡ ਲੈਣ ਦੇ। ਕਹੋ ਸਤਨਾਮ। ਇਹ ਤਾਂ ਇੱਕ ਤੀਰ ਦੀ ਮਾਰ ਹੈ। ਇੱਕ ਤੀਰ ਮਾਰਾਂ ਤੇ ਇਹਨਾਂ ਨੂੰ ਭਸਮ ਕਰ ਦਿਆਂ। ਬਾਨਕ ਬਪਰੇ ਕਾ ਅਗਾਰੇ, ਕਰੋ ਸੁਰਾਸੁਰ ਤਰਾਸ਼ਤ ਭਾਰੇ। ਇੱਕ ਤੀਰ ਮਾਰਾਂ ਤਾਂ ਬੰਦੇ ਤਾਂ ਕੀ, ਦੇਵਤੇ ਦੈਂਤ ਸਾਰਿਆਂ ਨੂੰ ਭਾਜੜਾ ਪਾ ਦਿਆਂ। ਹਰੀ ਕਾਲ ਨਰ ਲੀਲਾ ਜੈਸੇ, ਵਰਤੇ ਤਿਸ ਅਨੁਸਾਰੀ ਤੈਸੇ। ਬਸ ਅਸੀਂ ਵੈਸੀ ਆਪਦੇ ਸ਼ੌਂਕ ਨਾਲ ਹੀ ਇਹ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਮਨੁੱਖਾਂ ਦੀ ਤਰ੍ਹਾਂ ਵਰਤ ਰਹੇ ਆ। ਪਾਤਸ਼ਾਹ ਜੀ ਕਹਿੰਦੇ ਬਾਜੀ ਬਰਨ ਵੀਰ ਜੋ ਭੁਖੇ, ਸਯੋ ਨੇ ਕਰੀ ਤਿਨ ਦੁਖੇ। ਆ ਜਿਹੜੇ ਮੇਰੇ ਘੋੜੇ ਹਾਥੀ ਸਿੰਘ ਮੈਂ ਭੁੱਖੇ ਰੱਖੇ ਆ, ਸੋਤੇ ਆਤਮੈ ਹੋਏ ਮਰੈ, ਸੱਚ ਤੇ ਕਰਮ ਸਕਲੇ ਜਰੈ। ਔਰ ਇਹਨਾਂ ਨੂੰ ਸ਼ੁੱਧ ਕਰ ਕਰਕੇ ਜਾਦੇ ਸ਼ਹੀਦ ਹੋਣਗੇ, ਸਰੀਰ ਛੱਡਣਗੇ ਨਾ,
ਇਹਨਾਂ ਦੇ ਕੀਤੇ ਹੋਏ ਪੁਰਾਣੇ ਕਰਮ ਚੰਗੇ ਮਾੜੇ ਸਭ ਖਤਮ ਕਰਕੇ ਇਹ ਸਾਰੇ ਮੁਕਤ ਹੋ ਕੇ ਮੇਰੇ ਦੇਸ਼ ਜਾਣਗੇ, ਫਿਰ ਇਹ ਦੁਬਾਰਾ ਰਾਜੇ ਬਣਾਉਂਗਾ ਦੁਨੀਆ ਦੇ। ਉਹ ਚਾਰ ਪਦਾਰਥ ਜਿਹੜੇ ਧੂਣੀਆਂ ਤਾਪਣ ਵਾਲੇ ਜਲ ਧਾਰਿਆਂ ਵਾਲੇ ਭਾਲਦੇ ਫਿਰਦੇ ਨੇ, ਉਹ ਤਾਂ ਮੈਂ ਇਹਨਾਂ ਦੀ ਤਲੀ ਤੇ ਰੱਖੇ ਹੋਏ ਆ, ਜਿਹੜਾ ਮਰਜ਼ੀ ਲੈ ਜਾਓ। ਇੱਕ ਵਾਰੀ ਜਿਹੜਾ ਮੇਰਾ ਸਿੱਖ ਬਣ ਗਿਆ, ਮੈਂ ਉਹਦਾ ਕਦੇ ਭਲਾ ਹੀ ਕਰੂੰਗਾ, ਨੁਕਸਾਨ ਨਹੀਂ ਕਰਦਾ। ਮੈਂ ਉਹਦੀ ਸਹਾਇਤਾ ਕਰਕੇ ਉਹਦਾ ਕਲਿਆਣ ਕਰਾਂਗਾ, ਜੰਮਣ ਮਰਨ ਦੇ ਸੰਕਟ ਵੀ ਕਰਾਵਾਂਗਾ। ਇਸ ਕਰਕੇ ਇਸ ਤੋਂ ਉਪਰੰਤ ਹੋਰ ਕੀ ਪਿਆਰ ਹੋ ਸਕਦਾ ਹੈ? ਮੇਰੇ ਬਹੁਤ ਮਹਾਨ ਸਿੱਖ ਹੈ। ਠੀਕ ਹੈ ਮਹਾਰਾਜ, ਸੋਡੀਆਂ ਤੁਸੀਂ ਜਾਣੋ, ਕਰੋ ਜੋ ਕਰਨਾ ਹੈ। ਅਸੀਂ ਛੋਟੀ ਮੱਤ ਵਾਲੇ ਸੋਨੂੰ ਕੀ ਜਾਣ ਸਕਦੇ ਹਾਂ। ਔਰ ਤੂੰ ਮੰਗ ਸਿੱਖਾ, ਕੀ ਮੰਗਣਾ ਹੈ? ਕਿਹੜੀ ਤੂੰ ਪਾਰਸ ਦੀ ਬੱਟੀ ਪਿੱਛੇ ਤੁਰਿਆ ਫਿਰਦਾ? ਬੋਲ ਕੀ ਦਈਏ? ਬਸ ਬਸ ਮਹਾਰਾਜ, ਅੱਜ ਤੁਹਾਡੇ ਕੋਲੋਂ ਬਹੁਤ ਕੁਝ ਮਿਲ ਗਿਆ ਤੁਹਾਡੇ ਦਰਸ਼ਨ ਕਰਕੇ। ਮੇਰਾ ਵੀ ਜੰਮਣਾ ਮਰਨਾ ਮਿਟਾ ਦਿਓ ਜੇ ਦੇਣਾ ਹੀ ਹੈ ਤਾਂ। ਜਦੋਂ ਤੈਨੂੰ ਯਾਦ ਕਰਨ, ਬਸ ਤੇਰੇ ਨਾਲ ਮੈਨੂੰ ਵੀ ਯਾਦ ਕਰਨਗੇ ਦੁਨੀਆ ਵਾਲੇ। ਉਹ ਜਿਹੜਾ ਤੇਰੇ ਨਾਲ ਮੈਨੂੰ ਯਾਦ ਕਰੇਗਾ, ਉਹਦੀ ਵੀ ਮੁਕਤੀ ਕਰਦੀ। ਦੇਖੋ ਹੁਣ ਆਪਣੀ ਵੀ ਮੁਕਤੀ ਹੋ ਜਾਣੀ ਹੈ। ਕਹਿੰਦੇ ਜਿਹੜਾ ਆਪਾਂ ਦੋਨਾਂ ਨੂੰ ਯਾਦ ਕਰੇਗਾ ਸਾਖੀ ਪੜ੍ਹ ਕੇ, ਉਹਨਾਂ ਦੀ ਵੀ ਮੁਕਤੀ ਕਰ ਦਿਓ। ਕਥਾ ਅਸਤੂ ਏਦਾਂ ਹੀ ਹੋਵੇਗਾ ਸਿੱਖਾ, ਤੇ ਫਿਰ ਮੁੜ ਕੇ ਸਿੱਖੋ ਆਨੰਦਪੁਰੀ ਰਹਿ ਪਿਆ। ਇਸ ਤਰ੍ਹਾਂ ਪ੍ਰੇਮਾ ਭਗਤੀ ਕਰਨ ਲੱਗ ਪਿਆ, ਮੁਕਤੀ ਦਾ ਮਾਲਕ ਬਣ ਗਿਆ ਦੋਹਰਾ। ਕੁਝ ਦਿਨ ਹੋਰ ਬਤੀਤ ਹੋਏ ਤੇ ਦੁਬਾਰਾ ਫੇਰ ਭੁੱਖ ਦਾ ਸਮਾਂ ਚੱਲ ਪਿਆ ਹੈ। ਇਸ ਤਰ੍ਹਾਂ ਖਾਣ ਪੀਣ ਦਾ ਸਮਾਨ ਫੇਰ ਮੁੱਕ ਗਿਆ। ਫੇਰ ਕੀ ਕਰਦੇ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਆ। ਗੁਰੂ ਕਿਰਪਾ ਕਰਨ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्वमय, हे संगी हे निरंकार, हे निर्गुण, हे गोविंद हे गुण निधान, हे अपरंपर हर हरे, हे संत है कै सदा संग, हे ठाकुर हों दासरो, नानक दीजै नाम दान, आए प्रभ शरणागति, एक अखर हर मन बसत, एक ओंकार सतगुरु, वाहिगुरु जी की फतेह है, वाहिगुरु जी की फतेह है, वाहिगुरु जी का खालसा, वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ।